ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਭਗਤੀਨ ਖਬਰਾਂ ਦੇ ਅੱਜ ਦੇ ਸਾਡੇ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਸੈਗਮੈਂਟ ਵਿੱਚ ਅਸੀਂ ਗੱਲ ਕਰਾਂਗੇ ਭਾਰਤ ਤੋਂ ਔਰ ਯੂਐਸ ਤੋਂ। ਇਹ ਦੋਨਾਂ ਯੂਐਸ ਦੇ ਵਿੱਚੋਂ 34 ਜਿਹੜੇ ਉਹਨਾਂ ਦੇ ਲਾਅ ਮੇਕਰਸ ਹੈਗੇ ਜਾਂ ਮਿਨਿਸਟਰਸ ਹੈਗੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਵੱਲੋਂ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਜਿਹੜਾ ਲੈਟਰ ਲਿਖਿਆ ਗਿਆ ਜਾਂ ਇੱਕ ਸੁਨੇਹਾ ਭੇਜਿਆ ਗਿਆ ਕਿ ਜੋ ਇੰਡੀਆ ਦੇ ਵਿੱਚ ਮਾਈਨੋਰਟੀਜ਼ ਦੇ ਨਾਲ ਤੇ ਜਿਹੜੇ ਛੋਟੇ ਧਰਮ ਹੈਗੇ ਨੇ ਉਹਨਾਂ ਦੇ ਨਾਲ ਜਿਹੜਾ ਉੱਥੇ ਧੱਕਾ ਹੋ ਰਿਹਾ ਉਹਨੂੰ ਠੱਲ ਪਾਉਣ ਦੀ ਜਿਹਦੇ ਵਿੱਚ ਗੱਲ ਕੀਤੀ ਗਈ ਹੈਗੀ ਆ। ਉਹਦੇ ਵਿੱਚ ਸਪੈਸੀਫਿਕਲੀ ਕੁਛ ਇਨਸੀਡੈਂਟਸ ਦਾ ਜ਼ਿਕਰ ਵੀ ਕੀਤਾ ਗਿਆ, ਜਿਹਦੇ ਵਿੱਚ ਛੱਤੀਸਗੜ੍ਹ ਵਿੱਚ ਕ੍ਰਿਸਚਨਾਂ ਦੇ ਇਨਸੀਡੈਂਟਸ ਦੀ ਗੱਲ ਕੀਤੀ ਗਈ ਆ, ਮੁਸਲਮਾਨਾਂ ਦੇ ਉੱਪਰ ਹੋ ਰਹੇ ਅਤਿਆਚਾਰ ਦੀ ਗੱਲ ਕੀਤੀ ਗਈ ਆ, ਈਵਨ ਕਿ ਸਿੱਖਾਂ ਦੇ ਉੱਪਰ ਹੋ ਰਹੇ ਅਤਿਆਚਾਰ ਦੀ ਗੱਲ ਕੀਤੀ ਆ, ਬਰਗਾੜੀ ਕਾਂਡ ਤੱਕ ਦਾ ਵੀ ਉਹਦੇ ਵਿੱਚ ਜਿਹੜਾ ਹੈਗਾ ਉਹ ਜ਼ਿਕਰ ਹੋਇਆ ਹੈ। ਇਸ ਮੁੱਦੇ ਨੂੰ ਲੈ ਕੇ ਹਾਲਾਂਕਿ ਜਿਹੜਾ ਭਾਰਤ ਵੱਲੋਂ ਵੀ ਜਿਹੜਾ ਜਵਾਬ ਜਿਹੜਾ ਹੈਗਾ ਇਹਦਾ ਦੇ ਦਿੱਤਾ ਗਿਆ। ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਅਸੀਂ ਇਹੀ ਡਿਸਕਸ ਕਰਾਂਗੇ, ਕੀ ਲੋੜ ਪਈ ਯੂਐਸ ਨੂੰ ਇੰਟਰਵੇਨ ਕਰਨ ਦੀ ਭਾਰਤ ਦੇ ਵਿੱਚ ਜਾ ਕੇ। ਕਿ ਵਾਕਿਆ ਹੀ ਭਾਰਤ ਦੀ ਜਿਹੜੀ ਇਹ ਸਥਿਤੀ ਹੈ ਜਿਹਦੇ ਬਾਰੇ ਅਸੀਂ ਬਹੁਤ ਵਾਰੀ ਗੱਲ ਕਰਦੇ ਹਾਂ ਕਿ ਉੱਥੇ ਜਿਹੜਾ ਹੈਗਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਉੱਥੇ ਹਿਊਮਨ ਰਾਈਟਸ ਜਿਹੜੇ ਹੈਗੇ ਨੇ ਉਹਨਾਂ ਦਾ ਘਾਣ ਹੋ ਰਿਹਾ, ਔਰ ਜਿਹੜਾ ਇਹ ਘਾਣ ਹੋ ਰਿਹਾ ਇਹ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ, ਔਰ ਜਿਹੜਾ ਹੈਗਾ ਇਹ ਵੱਖੋ ਵੱਖਰੇ ਤਰੀਕੇ ਦੇ ਨਾਲ ਉੱਥੇ ਛੋਟੀਆਂ ਜਿਹੜੀਆਂ ਮਾਈਨੋਰਟੀਜ਼ ਹੈਗੀਆਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਮੇਰੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੰਦੀਪ ਜੀ ਤੇ ਹਰਪ੍ਰੀਤ ਜੀ ਟੋਰਾਂਟੋ ਤੋਂ। ਮੈਂ ਉਹਨਾਂ ਦਾ ਸਵਾਗਤ ਕਰਦਾ ਦੁਬਾਰਾ ਤੋਂ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਨਾਲ ਹੀ ਮੇਰੇ ਨਾਲ ਨੇ ਜੀ ਦਿਲਰਾਜ ਜੀ ਤੇ ਸ਼ਬਦੀਪ ਜੀ ਪੰਜਾਬ ਤੋਂ। ਤੁਹਾਡਾ ਦੋਨਾਂ ਦਾ ਵੀ ਸਵਾਗਤ ਹੈ ਜੀ ਦੁਬਾਰਾ ਤੋਂ ਜੀ। ਸੰਦੀਪ ਜੀ, ਤੁਸੀਂ ਪਹਿਲਾਂ ਤਾਂ ਸਭ ਤੋਂ ਜਿਹੜੀ ਇਹ ਖਬਰ ਆਈ ਆ ਕਿ ਜਿਹੜਾ ਯੂਐਸ ਵੱਲੋਂ ਇਹ ਕਦਮ ਚੁੱਕਿਆ ਗਿਆ, ਇਹਨੂੰ ਕਿਸ ਤਰ੍ਹਾਂ ਲੈਂਦੇ ਹੋ? ਕੀ ਇਹ ਭਾਰਤ ਦੇ ਜਿਹੜਾ ਉੱਥੇ ਦਾ ਸੈਕੂਲਰ ਸਿਸਟਮ ਹੈਗਾ ਉਹਦੇ ਉੱਤੇ ਕਰਾਰੀ ਸੱਟ ਹੈ? 100% ਕਰਾਰੀ ਸੱਟ ਆ। ਹੋਰ ਤੁਸੀਂ ਅਗਰ ਦੇਖੋ ਤਾਂ ਜਿਹੜੀ ਵਰਡਿੰਗ ਲੈਟਰ ਦੇ ਵਿੱਚ ਯੂਜ਼ ਕੀਤੀ ਗਈ ਆ, ਇੱਕ ਲਾਈਨ ਮੈਂ ਅਗਰ ਤੁਹਾਨੂੰ ਪੜ੍ਹ ਕੇ ਵੀ ਸੁਣਾਵਾਂ, ਲੈਕ ਆਫ ਰਿਕੋਗਨਾਈਜੇਸ਼ਨ ਆਫ ਸਿੱਖੀਜ਼ਮ ਐਜ਼ ਡਿਸਟਿੰਕਟ ਰਿਲੀਜਨ, ਭਾਵ ਕਿ ਸਿੱਖਾਂ ਦਾ ਆਪਣੀ ਹੋਂਦ, ਸਿੱਖਾਂ ਨੂੰ ਐਜ਼ ਅ ਸਿੱਖ ਐਕਸੈਪਟ ਨਹੀਂ ਕੀਤਾ ਜਾ ਰਿਹਾ ਹੈਗਾ ਹਿੰਦੁਸਤਾਨ ਦੇ ਕੌਨਸਟੀਟਿਊਸ਼ਨ ਦੇ ਉੱਤੇ। ਉਹਦੇ ਉੱਤੇ ਵੀ ਅਮਰੀਕਾ ਦੇ ਲਾਅ ਮੇਕਰਸ ਨੇ ਆਪਣੀ ਗੱਲ ਰੱਖੀ। ਜਿਹੜੀ ਬੇਅਦਬੀ ਹੋਈ ਹੈ ਬਾਈਬਲ ਕਲਾਂ ਵਾਲਾ ਜਿਹੜਾ ਫਾਇਰਿੰਗ ਇਸ਼ੂ ਸੀਗਾ, ਉਹ ਸਾਰੇ ਇਸ਼ੂਜ਼ ਦੇ ਉੱਤੇ ਉਹਨਾਂ ਨੇ ਆਵਾਜ਼ ਉਠਾਈ ਆ, ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸਿੱਖਾਂ ਵਾਸਤੇ। ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਵਿਰੁੱਧ ਆਪਣੀ ਆਵਾਜ਼ ਉਠਾਈ ਹੈਗੀ ਆ। ਅਤੇ ਮੈਂ ਸਮਝਦਾ ਕਿ ਹਿਊਮਨ ਰਾਈਟਸ ਵਾਇਲੇਸ਼ਨਸ ਲਈ ਜਿੱਥੇ ਜਿੱਥੇ ਵੀ ਹੁਣ ਦੁਨੀਆ ਭਰ ਦੇ ਦੇਸ਼ਾਂ ਨੂੰ ਇਕੱਠਾ ਹੋਣਾ ਚਾਹੀਦਾ ਆ। ਜਿਹੜਾ ਵੀ ਦੇਸ਼ ਹਿਊਮਨ ਰਾਈਟਸ ਵਾਇਲੇਟ ਕਰਦਾ ਉਹਦੇ ਅਗੇਂਸਟ ਆਵਾਜ਼ ਉਠਾਉਣੀ ਚਾਹੀਦੀ ਆ। ਅਤੇ ਜਿਹੜਾ ਹਿੰਦੁਸਤਾਨ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੈਕੂਲਰ ਕਹਿੰਦਾ ਰਿਹਾ ਆ, ਉਹਦੇ ਮੂੰਹ 'ਤੇ ਕੜਾਰੀ ਚਪੇੜ ਆ। ਹਰਪ੍ਰੀਤ ਜੀ, ਤੁਹਾਡਾ ਕੀ ਕਹਿਣਾ ਜੀ ਇਹਦੇ ਬਾਰੇ? ਜੀ ਬਿਲਕੁਲ, ਇੱਕ ਮੁਬਾਰਕ ਕਦਮ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਵਿਦੇਸ਼ੀ ਲੋਕ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਲੈਜਿਸਲੇਸ਼ਨਸ ਦੇ ਵਿੱਚ ਉਹਨਾਂ ਦੇ ਜਿੱਥੇ ਕਾਨੂੰਨ ਘੜੇ ਜਾਂਦੇ ਨੇ, ਕਾਨੂੰਨ ਘਾੜਿਆਂ ਦੇ ਵੱਲੋਂ ਇਹ ਗੱਲ ਮਹਿਸੂਸ ਕਰਨੀ, ਭਾਵੇਂ ਕਿ ਜਿਹੜੀ ਇੰਟਰਨੈਸ਼ਨਲ ਹਿਊਮਨ ਰਾਈਟਸ ਵਾਚ ਕਮਿਸ਼ਨ ਹੈਗਾ ਜਾਂ ਈਵਨ ਐਮਨੈਸਟੀ ਇੰਟਰਨੈਸ਼ਨਲ ਹੈਗੀਆਂ, ਈਵਨ ਬਹੁਤ ਸਾਰੀਆਂ ਜਿਹੜੇ CIA ਦੇ ਫੈਕਟਸ ਬੁੱਕ ਦੀਆਂ ਫੈਕਟਸ ਬੁੱਕ ਅੱਗੇ ਆਉਂਦੀ ਆ ਜਾਂ ਉਹਨਾਂ ਦੇ ਫੈਕਟਸ ਅੱਗੇ ਆਉਂਦੇ ਨੇ, ਉਹਨਾਂ ਦੇ ਵਿੱਚ ਲਗਾਤਾਰਤਾ ਦੇ ਨਾਲ ਕੋਈ 1998-99 ਤੋਂ ਲੈ ਕੇ ਜਿੰਨੀਆਂ ਵੀ ਭਾਰਤ ਦੀਆਂ ਰਿਪੋਰਟਸ ਆ ਰਹੀਆਂ, ਚਾਹੇ ਉਹ ਕਸ਼ਮੀਰ ਦੇ ਇਸ਼ੂ ਦੇ ਉੱਤੇ ਹੋਣ, ਚਾਹੇ ਉਹ ਪੰਜਾਬ ਦੇ ਇਸ਼ੂ ਦੇ ਉੱਤੇ ਹੋਣ, ਚਾਹੇ ਨਾਰਥ ਈਸਟ ਦੇ ਇਸ਼ੂਜ਼ ਦੇ ਉੱਤੇ ਹੋਣ, ਉਹਨਾਂ ਦੇ ਵਿੱਚ ਇਹ ਗੱਲ ਬਾਰ-ਬਾਰ ਦਰਸਾਈ ਗਈ ਹੈ ਕਿ ਭਾਈ ਭਾਰਤ ਦੇ ਵਿੱਚ ਜਿਹੜੀ ਇੱਕ ਇਨਟੋਲਰੈਂਸ ਹੈਗੀ ਆ ਬਹੁਤ ਆਪਣੀ ਚਰਮ ਸੀਮਾ ਦੇ ਉੱਤੇ ਆ। ਖਾਸ ਤੌਰ ਦੇ ਉੱਤੇ 2014 ਤੋਂ ਬਾਅਦ ਜਦੋਂ ਤੋਂ ਇਹ ਜਿਹੜੀ ਨਵੀਂ ਸਰਕਾਰ ਜਿਹਦਾ ਇੱਕ ਏਜੰਡਾ ਕਿ ਭਾਰਤ ਨੂੰ ਅਸੀਂ ਹਿੰਦੂ ਰਾਸ਼ਟਰ ਕਿਸ ਤਰੀਕੇ ਨਾਲ ਬਣਾਉਣਾ, ਚਾਹੇ ਕਿ ਤੁਸੀਂ ਪ੍ਰਵੀਨ ਤੋਗੜੀਆ ਦੇ ਬਿਆਨ ਦੇਖ ਲਓ, ਔਰ ਇਹ ਜਿਹੜੇ ਲੋਕ ਨੇ 2014 ਤੋਂ ਬਾਅਦ ਖੁੰਬਾਂ ਵਾਂਗ ਉੱਥੇ ਬਾਹਰ ਆਏ ਨੇ, ਔਰ ਇਸ ਚੀਜ਼ ਦਾ ਕੋਗਨੀਜ਼ੈਂਸ ਲੈ ਕੇ ਚਾਹੇ ਉਹ ਮੁਸਲਮਾਨ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਈਸਾਈ ਨੇ, ਚਾਹੇ ਉਹ ਨਾਗੇ, ਬੋਡੋਜ਼, ਐਸਮੀਜ਼, ਜਿੰਨੀਆਂ ਵੀ ਘੱਟ ਗਿਣਤੀਆਂ ਦੇ ਲੋਕ ਨੇ, ਉਹਨਾਂ ਦਾ ਇਕੱਠਿਆਂ ਦਾ ਇੱਕ ਕੋਗਨੀਜ਼ੈਂਸ ਲੈ ਕੇ
ਜਿਹੜੇ 34 ਕਾਨੂੰਨ ਘਾੜੇ ਨੇ ਆਪਣੇ ਅਮਰੀਕਾ ਦੇ, ਉਹਨਾਂ ਨੇ ਇੱਕ ਬਹੁਤ ਵਧੀਆ ਸੁਨੇਹਾ ਦਿੱਤਾ, ਖਾਸ ਤੌਰ ਦੇ ਉੱਤੇ ਇੱਕ ਹੰਕਾਰੀ ਸਟੇਟ ਨੂੰ ਜਿਨ੍ਹਾਂ ਦੇ ਵਿੱਚ ਜਿਹਦਾ ਨਾਂ ਭਾਰਤ ਹੈ, ਜਿਹਦੇ ਵਿੱਚ ਅੱਜ ਵੀ ਵੱਖਰੀਆਂ ਵੱਖਰੀਆਂ ਪਰਿਭਾਸ਼ਾ ਦੇ ਤਹਿਤ ਇਹ ਕਿਹਾ ਜਾ ਰਿਹਾ ਕਿ ਨਹੀਂ, ਜੋ ਕੁਝ ਵੀ ਉੱਥੇ ਵਾਪਰ ਰਿਹਾ ਉਹ ਕਿਸੇ ਵੀ ਤਰੀਕੇ ਜਿਹੜੀ ਆ ਉਹ ਅਸਹਿਣਸ਼ੀਲਤਾ ਦੀ ਗੱਲ ਨਹੀਂ। ਜੇ ਅਸਹਿਣਸ਼ੀਲਤਾ ਦੀ ਗੱਲ ਹੋਵੇ ਤੇ ਕਦੀ ਵੀ ਭਾਰਤ ਦਾ ਪ੍ਰਧਾਨ ਮੰਤਰੀ ਸਿੱਖ ਨਾ ਬਣਦਾ, ਕਦੀ ਵੀ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈਗਾ ਆ ਉਹ ਮੁਸਲਮਾਨ ਨਾ ਬਣਦਾ, ਕਦੀ ਵੀ ਜਿਹੜੀ ਸਭ ਤੋਂ ਵੱਡੀ ਪਾਰਟੀ ਹੈਗੀ ਆ ਭਾਰਤ ਦੀ ਉਹ ਕਦੀ ਵੀ ਆਪਣੇ ਜਿਹੜਾ ਪ੍ਰੈਜ਼ੀਡੈਂਟ ਹੈਗਾ ਜਾਂ ਪ੍ਰਧਾਨ ਹੈਗਾ ਉਹਨੂੰ ਕ੍ਰਿਸਚੀਅਨ ਨੂੰ ਨਾ ਲਾਉਂਦੀ, ਜਾਂ ਸਾਡੇ ਫੌਜ ਦੇ ਮੁਖੀ ਸਿੱਖ ਬਣਦੇ ਨੇ, ਮੁਸਲਮਾਨ ਬਣਦੇ ਨੇ। ਸੋ ਇਹੋ ਜਿਹੀਆਂ ਜਿਹੜੀਆਂ ਪਰਿਭਾਸ਼ਾਵਾਂ ਦੇ ਤਹਿਤ ਜਿਹੜਾ ਆਮ ਤੌਰ ਦੇ ਉੱਤੇ ਜਿਹੜਾ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜੀ ਇਨਟੋਲਰੈਂਸ ਹੈਗੀ ਆ ਉਹ ਆਪਣੀ ਕਲਮੀਨੇਸ਼ਨ ਤੇ ਆਪਣੀ ਚਰਮ ਸੀਮਾ ਦੇ ਉੱਤੇ ਹੈਗੀ ਆ। ਔਰ ਇਸ ਚੀਜ਼ ਦਾ ਜਿਹੜੇ ਅਮਰੀਕਨਸ ਨੇ, ਉਹਨਾਂ ਦੇ ਜਿਹੜੇ ਲਾਅ ਮੇਕਰ ਨੇ, ਬਹੁਤ ਵਧੀਆ ਟਾਈਮ ਦੇ ਉੱਤੇ ਔਰ ਵਧੀਆ ਮੌਕੇ ਦੇ ਉੱਤੇ ਉਹਨਾਂ ਨੇ ਇਸ ਚੀਜ਼ ਦਾ ਨੋਟਿਸ ਲਿਆ, ਜਿਹੜਾ ਕਿ ਬਹੁਤ ਵਧੀਆ ਗੱਲ ਹੈ। ਦਿਲਰਾਜ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਕਿ ਜਿਹੜੀ ਆਪਾਂ ਬਹੁਤ ਵਾਰ ਬਹਿਸ ਵੀ ਕਰਦੇ ਹਾਂ, ਇੰਡੀਆ ਦੇ ਵਿੱਚ ਲੋਕਾਂ ਨੇ ਆਪਣੇ ਜਿਹੜੇ ਵੱਡੇ ਵੱਡੇ ਅਵਾਰਡ ਮਿਲੇ ਹੋਏ ਸੀ ਉਹ ਵਾਪਸ ਕੀਤੇ। ਇੰਡੀਆ ਦੇ ਅਗਰ ਕਿ ਸੈਲੀਬ੍ਰਿਟੀਜ਼ ਦੇ ਉੱਪਰ ਵੀ ਜੇ ਉਹਨਾਂ ਨੇ ਇਹਦੇ ਉੱਪਰ ਕੋਈ ਗੱਲ ਕੀਤੀ ਕਿ ਹਾਂ ਇੰਡੀਆ ਦੇ ਵਿੱਚ ਇਹੋ ਜੀ ਇੰਟੋਲਰੈਂਸ ਦੀ ਗੱਲ ਹੋ ਰਹੀ ਆ, ਉੱਥੇ ਮਾਈਨੋਰਟੀਜ਼ ਦੇ ਉੱਪਰ ਜਾਂ ਜਿਹੜੀਆਂ ਛੋਟੀਆਂ ਕਮਿਊਨਿਟੀਆਂ ਹੈਗੀਆਂ ਉਹਨਾਂ ਦੇ ਉੱਪਰ ਜ਼ੁਲਮ ਹੁੰਦੇ ਪਏ ਨੇ, ਜੇ ਇਹਨਾਂ ਦੀ ਆਪਾਂ ਇਹ ਗੱਲ ਕਰੀਏ, ਅੱਜ ਅਮਰੀਕਾ ਤੋਂ ਵੀ ਇਹੀ ਆਵਾਜ਼ ਉੱਠੀ ਆ ਤੇ ਇਹਨੂੰ ਜਿਹੜਾ ਭਾਰਤ ਦੀ ਸਰਕਾਰ ਹੈਗੀ ਉਹਨੇ ਭਾਵੇਂ ਕੰਡੈਮ ਵੀ ਕਰ ਦਿੱਤਾ, ਪਰ ਜੇ ਆਪਾਂ ਵਿਸ਼ਵ ਪੱਧਰ ਤੇ ਦੇਖੀਏ ਤਾਂ ਭਾਰਤ ਲਈ ਇਹ ਕਾਫੀ ਕਿਰਕਰੀ ਵਾਲੀ ਗੱਲ ਹੈ। ਦਿਲਰਾਜ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਬਲਵੀਰ ਜੀ, ਬਹਿਬਲ ਕਲਾਂ ਗੋਲੀकांड ਜਿਹੜਾ ਹੋਇਆ, ਕਿਉਂਕਿ ਮੈਂ ਆਪ ਉੱਥੇ ਮੌਜੂਦ ਸੀਗਾ, ਉਦੋਂ ਮੈਂ ਬੜਾ ਕਲੋਜ਼ਲੀ ਉਹ ਸਾਰਾ ਜਿਹੜਾ ਸੰਘਰਸ਼ ਚੱਲਿਆ ਸੀ ਉਹਦੇ ਨਾਲ ਜੁੜਿਆ ਰਿਹਾ, ਉਹਦੀ ਕਵਰੇਜ ਕਰਦਾ ਰਿਹਾ ਵਾ। ਹੋਇਆ ਤਾਂ ਧੱਕਾ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਹੁਣ ਅਮਰੀਕਾ ਦਾ ਕਹਿਣਾ ਕਿ ਸਿੱਖਾਂ ਦੇ ਖਿਲਾਫ ਧੱਕਾ ਹੈ, ਮੈਨੂੰ ਇਹਦੇ ਵਿੱਚ ਕੁਝ ਇਸ ਕਰਕੇ ਨਹੀਂ ਬਹੁਤਾ ਲੱਗ ਰਿਹਾ ਕਿ ਜੇ ਉਹਨਾਂ ਦੇ ਲਾਅ ਮਿਨਿਸਟਰ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਧੱਕੇ ਦੀ ਗੱਲ ਕਰਦੇ ਆ, ਪਰ ਉੱਥੇ ਡੋਨਲਡ ਟਰੰਪ ਮੁਸਲਮਾਨਾਂ ਦੀ ਗੱਲ ਕਰਦਾ ਹੈਗਾ ਕਿ ਇਹਨਾਂ ਨੂੰ ਪੜਨ ਨਹੀਂ ਦਿੱਤਾ ਜਾਏਗਾ, ਜਾਂ ਉੱਥੇ ਕਈ ਏਦਾਂ ਦੇ ਦਿਲਰਾਜ ਜੀ ਉਹਨਾਂ ਨੇ ਸਿਰਫ ਸਿੱਖਾਂ ਦੀ ਗੱਲ ਨਹੀਂ ਕੀਤੀ। ਨਹੀਂ ਤਾਂ ਤੁਸੀਂ ਆਲਵੇਜ਼ ਤੁਹਾਡੀ ਮੇਰੀ ਆਲਵੇਜ਼ ਇੱਕ ਗੱਲ ਤੇ ਬਹਿਸ ਹੁੰਦੀ ਆ ਕਿ ਤੁਸੀਂ ਹੋਰ ਕੰਟਰੀ ਦੇ ਐਗਜ਼ਾਮਪਲ ਨਾ ਲੈ ਕੇ ਆਇਆ ਕਰੋ। ਉਹਦਾ ਤੁਸੀਂ, ਮੈਨੂੰ ਹਮੇਸ਼ਾ ਇਦਾਂ ਲੱਗਦਾ ਰਹਿੰਦਾ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਦੀ ਗੱਲ ਕਰ ਰਹੇ ਨੇ ਇੰਡੀਆ ਬਾਰੇ ਤੇ ਅਸੀਂ ਉਹਨਾਂ ਦੀ ਗੱਲ ਵੀ ਨਹੀਂ ਕਰ ਸਕਦੇ ਆ। ਨਹੀਂ, ਮੈਂ ਤੁਹਾਨੂੰ ਇਹ ਕਿਹਾ ਨਹੀਂ, ਤੁਸੀਂ ਕਰ ਸਕਦੇ ਹੋ ਪਰ ਤੁਸੀਂ ਮੈਨੂੰ ਮੇਰੀ ਗੱਲ ਕੰਪਲੀਟ ਕਰਨ ਦੇ ਬਲਵੀਰ ਜੀ ਪਲੀਜ਼, ਮੈਨੂੰ ਮੇਰੀ ਗੱਲ ਕੰਪਲੀਟ। ਉਹਨਾਂ ਨੇ ਇਕੱਲੇ ਸਿੱਖਾਂ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਸਾਰੀਆਂ ਕਮਿਊਨਿਟੀਆਂ ਦੀ ਗੱਲ ਕੀਤੀ, ਔਰ ਜਿੰਨੇ ਉੱਥੇ ਇਨਸੀਡੈਂਟਸ ਹੋਏ ਨੇ, ਇੱਕ ਇੰਸੀਡੈਂਟ ਦਾ ਉਹਨਾਂ ਨੇ ਜ਼ਿਕਰ ਕੀਤਾ ਹੋਇਆ। ਬਹਿਬਲ ਕਲਾਂ ਗੋਲੀकांड ਦੀ ਸਪੈਸੀਫਾਈ ਕਰਕੇ ਗੱਲ ਕੀਤੀ ਗਈ ਹੈ। ਮੈਂ ਕਹਿੰਦਾ ਇਹ ਵੀ ਇੱਕ ਇੰਸੀਡੈਂਟ ਆ, ਇਹ ਇੱਕ ਇੰਸੀਡੈਂਟ ਆ। ਉਹਦੇ ਵਿੱਚ ਇਹ ਕਹਿਣਾ ਕਿ ਸਿੱਖਾਂ ਦੇ ਕਰਕੇ ਹੋਇਆ, ਮੈਂ ਤਾਂ ਸਮਝਦਾ ਉਹ ਕਰਵਾਇਆ ਹੀ ਬਾਦਲ ਸਾਹਿਬ ਨੇ ਸੀ। ਬਾਦਲ ਸਾਹਿਬ ਆਪ ਸਿੱਖ ਹੈਗੇ ਆ, ਉਹ ਪੂਰਾ ਪੋਲੀਟੀਕਲ ਮੋਟੀਵੇਟਡ ਸੀਗਾ। ਉਹਨੂੰ ਆਪਾਂ ਏਦਾਂ ਲੈ ਕੇ ਚੱਲੀਏ, ਆਪਾਂ ਸਿਰਫ ਇਹ ਨਾ ਕਹੀਏ ਕਿ ਉੱਥੇ ਮੋਦੀ ਗਵਰਨਮੈਂਟ ਨੇ ਕਰਵਾਤਾ, ਮੋਦੀ ਆਪ ਉੱਥੇ ਆ ਗਿਆ ਸੀਗਾ, ਹਿੰਦੂਤਵ ਦੀਆਂ ਗੱਲਾਂ ਕਰਦਾ ਤੇ ਉਹਨੇ ਸਿੱਖਾਂ ਤੇ ਗੋਲੀਆਂ ਚਲਾਈਆਂ। ਜਿਹੜੀਆਂ ਵੀ ਗੋਲੀਆਂ ਚੱਲੀਆਂ ਉਹ ਸਾਰੇ ਸਿੱਖ ਅਫਸਰ ਸੀਗੇ, ਸਾਰੇ ਬਾਦਲ ਸਾਹਿਬ ਆਪ ਸਿੱਖ ਹੈਗੇ ਆ, ਆਪਣੇ ਆਪ ਨੂੰ ਪੰਥਕ ਸਰਕਾਰ ਕਿਉਂ ਆਉਂਦੇ ਆ। ਉਹਨਾਂ ਦੇ ਚਰਨਜੀਤ ਸ਼ਰਮਾ ਸੀ ਜੀ, ਚਰਨਜੀਤ ਸ਼ਰਮਾ ਸਿੰਘ ਲਿਖਦਾ, ਬਾਅਦ ਵਿੱਚ ਪੱਗ ਬੰਨਦਾ ਉਹ। ਮਿਨੋਰਿਟੀ ਕਰਕੇ ਬਾਦਲ ਸਾਹਿਬ ਨੇ ਕਿਉਂ ਕਰਵਾਇਆ? ਜੇ ਮਿਨੋਰਿਟੀ ਕਰਕੇ ਬਾਦਲ ਸਾਹਿਬ ਆਪ ਉਸ ਮਿਨੋਰਿਟੀ ਦਾ ਪਾਰਟ। ਉਹਨਾਂ ਨੇ ਇੱਕ ਇਨਸੀਡੈਂਸ ਦੀ ਇਹਦੀ ਜ਼ਿਕਰ ਕੀਤਾ। ਤੁਸੀਂ ਇੱਕ ਬਾਈਬਲ ਕਲਾਂ ਨੂੰ, ਚਲੋ ਦਿਲਰਾਜ ਜੀ ਇੱਕ ਮਿੰਟ, ਦਿਲਰਾਜ ਜੀ ਮੈਂ ਤੁਹਾਨੂੰ ਕੁਐਸਚਨ ਦੁਬਾਰਾ ਪੁੱਛ ਲੈਣਾ। ਬਾਈਬਲ ਕਲਾਂ ਨੂੰ ਛੱਡ ਕੇ ਤੁਸੀਂ ਜਿਹੜੇ ਉਹਨਾਂ ਨੇ ਛੱਤੀਸਗੜ੍ਹ ਦੀ ਗੱਲ ਕੀਤੀ ਹੈ, ਜਿਹੜੀ ਉਹਨਾਂ ਨੇ ਮਨੀਪੁਰ ਦੀ ਗੱਲ ਕੀਤੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਪੰਜਾਬ ਵਿੱਚ ਵਸਦਾ ਵਾਂ, ਮੇਰਾ ਜਿਹੜਾ ਜ਼ਿਆਦਾ ਇਮੋਸ਼ਨ ਬਹਿਬਲ ਕਲਾਂ ਗੋਲੀकांड ਦੇ ਨਾਲ ਹੀ ਜੁੜੇ ਹੋਏ ਨੇ। ਮੈਂ ਕਿਉਂ ਛੱਡਾਂ ਉਸ ਗੱਲ ਨੂੰ? ਚਲੋ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣਾ, ਜਿਹੜਾ ਡੋਨਲਡ ਟਰੰਪ ਦੀ ਤੁਸੀਂ ਗੱਲ ਕਰਦੇ ਹੋ, ਉਹ ਜਿੱਦਣ ਪਰ ਜੇ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਊਗਾ, ਆਪਾਂ ਉਦੋਂ ਉਹਦੇ ਤੇ ਬਹਿਸ ਕਰਾਂਗੇ। ਉਹਦੇ ਖਿਲਾਫ ਕਿੰਨੀ ਜ਼ਿਆਦਾ ਇੱਥੇ ਪਬਲਿਕ ਹੈਗੀ ਆ, ਉਹਦੇ ਤੁਸੀਂ ਮੀਡੀਆ ਵਿੱਚ ਆਉਂਦੇ ਬਿਆਨਾਂ ਨੂੰ ਨਾ ਦੇਖੋ। ਉਹ ਇੱਕ ਬਿਜ਼ਨਸਮੈਨ ਆ, ਉਹਦਾ ਸ਼ੁਰੂ ਤੋਂ ਉਹਦਾ ਪੂਰਾ ਕਰੈਕਟਰ ਦੇਖੋ, ਉਹਦਾ ਕਰੈਕਟਰ ਹੀ ਇਸ ਤਰ੍ਹਾਂ ਦਾ ਹੈਗਾ। ਉਹ ਇਸ ਤਰ੍ਹਾਂ ਦੀ ਬਿਆਨ ਹੀ ਦਿੰਦਾ, ਉਹਨੂੰ ਅਜੇ ਕਿਸੇ ਨੇ ਕੁਰਸੀ ਨਹੀਂ ਦੇ ਦਿੱਤੀ ਅਮਰੀਕਾ ਵਿੱਚ। ਡੋਨਲਡ ਟਰੰਪ ਦੀ ਆਪਾਂ ਇੱਕ ਗੱਲ ਛੱਡ ਵੀ ਦਈਏ, ਹੋਰ ਅਨੇਕ ਐਗਜ਼ਾਮਪਲ ਅਮਰੀਕਾ ਦੀਆਂ। ਚਲੋ ਆਪਾਂ ਉਸ ਗੱਲ ਤੇ ਨਾ ਜਾਈਏ, ਆਪਾਂ ਜਿਹੜੇ ਮੇਨ ਮੁੱਦੇ ਤੇ ਆਪਾਂ ਉਹਦੇ ਤੇ ਆਈਏ
ਜਿਹੜਾ ਉਹਨਾਂ ਦਾ ਬਿਆਨ ਆਇਆ, ਉਹਨਾਂ ਨੂੰ ਆਦਤ ਹੈਗੀ ਹੈ US ਨੂੰ ਹਰ ਜਗ੍ਹਾ ਕੁਛ ਨਾ ਕੁਛ ਕਰਨ ਦੀ, ਚਾਹੇ ਉਹ ਇਰਾਕ ਹੋਵੇ, ਚਾਹੇ ਉਹ ਨਾਰਥ ਕੋਰੀਆ ਹੋਵੇ, ਚਾਹੇ ਉਹ ਪਾਕਿਸਤਾਨ ਹੋਵੇ, ਚਾਹੇ ਉਹ ਅਫਗਾਨਿਸਤਾਨ ਹੋਵੇ, ਉਹ ਹਰ ਚੀਜ਼ ਵਿੱਚ ਕੋਈ ਇਹ ਨਹੀਂ ਕਿ ਉਹਨਾਂ ਨੂੰ ਦੁੱਖ ਹੋਇਆ ਤੇ ਤਾਂ ਬਿਆਨ ਆਇਆ। ਵਧੀਆ ਚੀਜ਼ ਹੈ, ਉਹਨਾਂ ਨੇ ਬਿਆਨ ਦਿੱਤਾ ਕਿ ਹਿਊਮਨ ਰਾਈਟਸ ਵਾਇਲੇਸ਼ਨ ਨਹੀਂ ਹੋਣੇ ਚਾਹੀਦੇ। ਮੈਂ ਆਪ ਸਮਝਦਾ ਨਹੀਂ ਹੋਣੇ ਚਾਹੀਦੇ, ਪਰ ਉਹਨਾਂ ਦੇ ਹਰ ਬਿਆਨ ਦੇ ਵਿੱਚ, ਹਰ ਲੀਡਰ ਦੇ ਬਿਆਨ ਦੇ ਵਿੱਚ, ਹਰ ਬੰਦੇ ਦੇ ਬਿਆਨ ਦੇ ਵਿੱਚ ਕੋਈ ਨਾ ਕੋਈ ਨਿੱਜੀ ਸਵਾਰਥ ਹੁੰਦਾ ਵਾ। ਆਪਾਂ ਇਹ ਐਗਜ਼ਾਮਪਲਾਂ ਕਈ ਦੇਖ ਚੁੱਕੇ ਆ, ਪਿਛਲੇ ਕਈ ਦਹਾਕਿਆਂ ਤੋਂ ਇਹ ਐਗਜ਼ਾਮਪਲਾਂ ਦੇਖ ਚੁੱਕੇ ਹੋਏ ਆ। ਕੋਈ ਇਹ ਨਹੀਂ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਹਾਰਟ ਟੱਚਿੰਗ ਲੱਗੀ ਬਹਿਬਲ ਕਲਾਂ ਗੋਲੀकांड ਜਾਂ ਹੋਰ ਚੀਜ਼ਾਂ ਤਾਂ ਇਹ ਬਿਆਨ ਆ ਗਿਆ। ਇਹ ਬਿਆਨ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਆਇਆ ਵਾ। ਕੋਈ ਨਾ ਕੋਈ ਡੈਫੀਨੇਟਲੀ ਤੁਸੀਂ ਅੱਗੇ ਚੱਲ ਕੇ ਦੇਖੋਗੇ ਕੋਈ ਪੋਲੀਟੀਕਲ ਲਾਹਾ ਲੈਣਾ ਹੋਣਾ ਜਾਂ ਕੋਈ ਹੋਰ ਕੋਈ ਮਤਲਬ ਹੋਣਾ ਤਾਂ ਇਹ ਬਿਆਨ ਆਇਆ। ਮੈਂ ਇੱਕ ਮਿੰਟ ਜੀ ਹਰਪ੍ਰੀਤ ਜੀ, ਮੈਂ ਸ਼ਬਦੀਪ ਜੀ ਨੂੰ ਵੀ ਪਹਿਲਾਂ ਜੁਆਇਨ ਕਰਾਉਣਾ ਚਾਹੂੰਗਾ। ਸ਼ਬਦੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਮੈਟਰ ਦੇ ਉੱਪਰ ਜੀ? ਸ਼ਬਦੀਪ ਜੀ। ਕੁਲਦੀਪ ਜੀ, ਮੈਂ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ। ਮੈਨੂੰ ਦਿਲਰਾਜ ਜੀ ਨੂੰ ਜਿਸ ਤਰੀਕੇ ਨਾਲ ਤੁਸੀਂ ਗੱਲ ਦੇ ਵਿਚਾਲੇ ਟੋਕ ਦਿੱਤਾ, ਮੈਨੂੰ ਲੱਗਦਾ ਇਹ ਕੋਈ ਬਹੁਤ ਬਹਿਸ ਕਰਨ ਦਾ ਚੰਗਾ ਤਰੀਕਾ ਨਹੀਂ। ਸਵਾਲ ਸਾਡੇ ਸਾਹਮਣੇ ਇਹ ਹੈ, ਮੰਨ ਲਓ ਮੈਂ ਬਿਲਕੁਲ ਮੇਰੀ ਕੋਈ ਧਾਰਮਿਕ ਆਸਥਾ ਨਹੀਂ, ਇਹਦੇ ਬਾਵਜੂਦ ਮੈਨੂੰ ਕਿਸੇ ਬੰਦੇ ਦੀ ਧਾਰਮਿਕ ਆਸਥਾ ਦੇ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਮਿਲ ਜਾਂਦਾ ਕਿਉਂਕਿ ਮੇਰੀ ਕੋਈ ਧਾਰਮਿਕ ਆਸਥਾ ਨਹੀਂ। ਜਿੱਥੇ ਤੱਕ ਜੇ US ਕਾਂਗਰਸ ਦਾ ਕੋਈ ਬੰਦਾ ਇਸ ਗੱਲ ਨੂੰ ਨੋਟ ਕਰਦਾ ਹੈ ਕਿ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਹਿਊਮਨ ਰਾਈਟਸ ਜਿਹੜੇ ਨੇ ਉਹ ਵਾਇਓਲੇਟ ਹੁੰਦੇ ਨੇ, ਲੋਕਾਂ ਨੂੰ ਉਹਨਾਂ ਦੀ ਧਾਰਮਿਕ ਆਸਥਾ ਦੇ ਮੁਤਾਬਕ ਕੰਮ ਕਰਨ ਤੋਂ ਰੋਕਿਆ ਜਾਂਦਾ, ਉਹ ਜਾਂ ਉਹਨਾਂ ਦੀ ਜਿਹੜੀ ਧਾਰਮਿਕ ਪਛਾਣ ਆ ਉਹਦੇ ਉੱਤੇ ਸਵਾਲੀਆ ਨਿਸ਼ਾਨ ਲਾਏ ਜਾਂਦੇ ਆ, ਇਹ ਬੰਦਾ ਕੋਈ ਬੇਈਮਾਨ ਤੋਂ ਬੇਈਮਾਨ ਬੰਦਾ ਵੀ ਕਵੇ ਤਾਂ ਮੈਂ ਉਸ ਗੱਲ ਨੂੰ ਫਿਰ ਵੀ ਸੱਚ ਮੰਨੂਗਾ ਕਿਉਂਕਿ ਇਹ ਹੈ ਸੱਚ। ਹੁਣ ਜਿਹੜਾ ਕਹਿਣ ਵਾਲਾ ਉਹਦੇ ਪਿੱਛੇ ਦਾ ਮੋਟਿਵ ਕੀ ਹੋ ਸਕਦਾ, ਇਹ ਗੱਲ ਅਸੀਂ ਜ਼ਰੂਰ ਨੋਟ ਕਰ ਸਕਦੇ। ਜੇ ਦਿਲਰਾਜ ਜੀ ਇਹ ਕਹਿ ਰਹੇ ਨੇ ਕਿ ਉਹ ਇੰਡੀਆ ਤਾਂ ਇੰਨੀ ਦੂਰ ਬੈਠਾ, ਉਹਨਾਂ ਨੂੰ ਦਿਸ ਗਿਆ ਧਰਤੀ ਦੇ ਦੂਸਰੇ ਸਿਰੇ ਤੇ, ਕੀ ਉਹਨਾਂ ਨੂੰ ਟਰੰਪ ਕਿਉਂ ਨਹੀਂ ਦਿਸਦਾ ਜਿਹੜਾ ਸ਼ਰੇਆਮ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ, ਤੇ ਸਾਨੂੰ ਇਹ ਸਵਾਲ ਉਠਾਉਣ ਦਾ ਇੱਕ ਅਧਿਕਾਰ ਬਣਦਾ। ਔਰ ਅਸੀਂ ਜੇ ਇਸ ਸਵਾਲ ਨੂੰ ਇੱਕ ਪਾਸੇ ਕਰਕੇ ਸਿਰਫ ਉਸ ਨੁਕਤੇ ਤੇ ਆਉਣਾ ਚਾਹੁੰਦੇ ਤਾਂ ਮੈਂ ਸਮਝਦਾ ਸਾਡੀ ਵੀ ਇੱਕ ਤਰ੍ਹਾਂ ਦੀ ਇਹ ਸਬਜੈਕਟਿਵਿਟੀ ਆ। ਅਸੀਂ ਸਿਚੁਏਸ਼ਨ ਨੂੰ ਆਬਜੈਕਟਿਵ ਢੰਗ ਨਾਲ ਦੇਖਣਾ ਪਸੰਦ ਨਹੀਂ ਕਰਦੇ, ਤੇ ਜੇ ਅਸੀਂ ਨਹੀਂ ਪਸੰਦ ਕਰਦੇ ਤੇ ਅਸੀਂ ਕਦੇ ਹੱਲ ਵੀ ਨਹੀਂ ਸਹੀ ਕੱਢ ਸਕਾਂਗੇ। ਜੇ ਡੋਨਲਡ ਟਰੰਪ ਦੀ ਆਪਾਂ ਗੱਲ ਕਰੀਏ, ਜਿੰਨਾ ਉਹਦਾ ਵਿਰੋਧ ਆ, ਤੁਸੀਂ ਜੇ ਕੈਨੇਡਾ ਦੀ ਗੱਲ ਕਰੋ, ਕੈਨੇਡਾ ਦੇ ਵਿੱਚ ਤੇ ਇੱਥੇ ਤੱਕ ਵੀ ਗੱਲ ਹੋ ਗਿਆ ਕਿ ਉਹਨੂੰ ਲੋਕਾਂ ਨੂੰ ਉਹਨਾਂ ਨੂੰ ਐਂਟਰਟੇਨ ਕਰਨ ਤੋਂ ਵੀ ਮਨਾ ਕਰ ਦਿੱਤਾ ਕਿ ਕੈਨੇਡਾ ਅਗਰ ਉਹ ਆਏਗਾ ਤੇ ਉਹਨੂੰ ਐਂਟਰਟੇਨ ਨਹੀਂ ਕੀਤਾ ਜਾਏਗਾ। ਈਵਨ ਅਮਰੀਕਾ ਦੇ ਵਿੱਚ ਵੀ ਉਹਦੇ ਖਿਲਾਫ ਬਹੁਤ ਵੱਡੀ ਲਹਿਰ ਆ। ਸਿਰਫ ਉਹ ਕੀ ਹੈ ਕਿ ਉਹ ਅਮੀਰ ਆਦਮੀ ਆ, ਮੀਡੀਆ ਦੇ ਵਿੱਚ ਉਹ ਪੈਸੇ ਖਰਚ ਕੇ ਜਾਂ ਆਪਣੀਆਂ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਵੱਡੇ ਵੱਡੇ ਇਜਲਾਸ ਕਰਕੇ ਉਹ ਇਹੋ ਜਿਹੀ ਬਿਆਨਬਾਜ਼ੀ ਕਰਦਾ, ਉਹਦਾ ਕੋਈ ਆਧਾਰ ਨਹੀਂ ਹੈ ਜੀ ਸ਼ਬਦੀਪ ਜੀ ਇੱਥੇ। ਇਸ ਕਰਕੇ ਮੈਂ ਉਹਦੇ ਵਿੱਚ ਹੀ ਕੇ ਦਿਲਰਾਜ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਸੀਗਾ। ਉਹ ਕਈ ਫੇਜ਼ ਇਲੈਕਸ਼ਨ ਦੇ 2-3 ਹੋ ਚੁੱਕੇ, ਧੜ ਉਹ ਜਿੱਤਦਾ ਪਿਆ ਤੇ ਤੁਸੀਂ ਕਹਿੰਦੇ ਪਏ ਉਹਦਾ ਕੋਈ ਆਧਾਰ ਨਹੀਂ ਹੈਗਾ। ਉਹਨੇ ਜਿਸ ਅਸਲ ਸਭ ਤੋਂ ਸਟਰੋਂਗ ਕੈਂਡੀਡੇਟ ਉਹ ਨਹੀਂ ਹੋ ਸਕਦਾ। ਦਿਲਰਾਜ ਜੀ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹ ਇੱਕ ਖਾਸ ਕਿਸਮ ਦੀ ਸੋਚ ਵਾਲੇ ਲੋਕ ਜਿਹੜਾ ਪਿੱਛੇ ਅਟੈਕ ਹੋਏ ਨੇ, ਜਿਹੜੀਆਂ ਪਿੱਛੇ ਜਿਹੜੀਆਂ ਗੱਲਾਂ ਹੋਈਆਂ ਨੇ, ਉਹਨੂੰ ਭਰਮਾ ਕੇ, ਉਹ ਵੀ ਇੱਕ ਪੋਲੀਟੀਕਲ ਲੀਡਰ ਹੈਗਾ, ਉਹਨਾਂ ਗੱਲਾਂ ਨੂੰ ਭਰਮਾ ਕੇ ਇੱਕ ਖਾਸ ਕਿਸਮ ਦੀ ਸੋਚ ਵਾਲੇ ਲੋਕਾਂ ਦੇ ਉੱਪਰ ਡਰ ਦੀ ਰਾਜਨੀਤੀ ਕਰਕੇ ਉਹ ਇੱਕ ਖਾਸ ਵਰਗ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਅਗਰ ਉਹ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਂਦਾ ਫਿਰ ਆਪਾਂ ਇਸ ਗੱਲ ਦੇ ਉੱਪਰ ਵਿਚਾਰ ਵੀ ਕਰ ਸਕਦੇ। ਫਿਰ ਅਸੀਂ ਉਸ ਦਿਨ ਸਾਰੇ ਜਣੇ ਕਹਾਂਗੇ ਕਿ ਅਮਰੀਕਾ ਨੂੰ ਕਿਸੇ ਦੂਸਰੀ ਕੰਟਰੀ ਵੱਲ ਉਂਗਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਨਾ ਹੀ ਉਹਨੂੰ ਹੱਕ ਹੋਵੇਗਾ ਅਗਰ ਡੋਨਲਡ ਟਰੰਪ ਨੂੰ ਉਹ ਆਪਣਾ ਰਾਸ਼ਟਰਪਤੀ ਬਣਾ ਲੈਂਦੇ ਆ। ਹਾਂਜੀ ਸੰਦੀਪ ਜੀ। ਹਾਂਜੀ, ਮੈਂ ਸਿਰਫ ਕੁਝ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਜਿਹੜੀ ਚਿੱਠੀ 25 ਫਰਵਰੀ 2016 ਨੂੰ US ਹਿਊਮਨ ਰਾਈਟਸ ਲਾਅ ਮੇਕਰਸ ਨੇ ਯੂਨਾਈਟਿਡ ਸਟੇਟ ਲਾਅ ਮੇਕਰਸ ਨੇ ਲਿਖੀ ਸੀ, ਉਸ ਦੇ ਵਿੱਚ ਉਹਨਾਂ ਨੇ ਜਿੱਥੇ ਇਹ ਮੁੱਦਾ ਚੱਕਿਆ ਸੀਗਾ ਬਹਿਬਲ ਕਲਾਂ ਦਾ, ਜਿੱਥੇ ਉਹਨਾਂ ਨੇ ਸਿੱਖ ਇੱਕ ਵੱਖਰੀ ਕੌਮ ਦਾ ਮੁੱਦਾ ਚੱਕਿਆ ਸੀ, ਉੱਥੇ ਉਹਨਾਂ ਨੇ 17 ਜੂਨ 2014 ਜਦੋਂ ਪੰਜਾਬ ਵਿਲੇਜ ਕਾਉਂਸਲਸ ਬਸਤਰ ਡਿਸਟ੍ਰਿਕਟ ਛੱਤੀਸਗੜ੍ਹ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਕਿ ਇਹਨਾਂ 50 ਪਿੰਡਾਂ ਦੇ ਵਿੱਚ ਕਿਸੇ ਵੀ ਨਾਨ ਹਿੰਦੂ ਧਰਮ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ, ਉੱਥੇ ਕਿਸੇ ਵੀ ਨਾਨ ਹਿੰਦੂ ਧਰਮ ਦਾ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ, ਪ੍ਰੇਅਰ ਨਹੀਂ ਕੀਤੀ ਜਾਵੇਗੀ, ਪ੍ਰੋਪਾਗੈਂਡਾ ਨਹੀਂ ਕੀਤਾ ਜਾਵੇਗਾ, ਸਪੀਚ ਨਹੀਂ ਕੀਤੀ ਜਾਵੇਗੀ। ਉਸ ਮਸਲੇ ਦਾ ਵੀ ਉਹਨਾਂ ਨੇ ਇਸ਼ੂ ਹਾਈਲਾਈਟ ਕੀਤਾ। ਫਿਰ ਉਹਨਾਂ ਨੇ ਕ੍ਰਿਸਚੀਅਨਿਟੀ ਦੇ ਉੱਤੇ ਜਿਹੜੇ
300 ਫੈਮਲੀਜ਼ ਨੂੰ ਇੱਕ ਦਿਨ ਦੇ ਵਿੱਚ ਹੀ ਮੌਬ ਦੁਆਰਾ, ਜਿਹੜਾ ਮੌਬ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਲੀਡ ਕੀਤਾ ਜਾ ਰਿਹਾ ਸੀ, ਜ਼ਬਰਦਸਤੀ ਕਨਵਰਟ ਕੀਤਾ ਗਿਆ ਉਹਨਾਂ ਨੂੰ ਹਿੰਦੂਇਜ਼ਮ ਦੇ ਵਿੱਚ, ਉਹਦੇ ਅਗੇਂਸਟ ਵੀ ਉਹਨਾਂ ਨੇ ਆਵਾਜ਼ ਉਠਾਈ। ਫਿਰ ਉਹਨਾਂ ਨੇ ਬੀਫ ਬੈਨ ਦੇ ਅਗੇਂਸਟ ਵੀ ਗੱਲ ਲਿਖੀ। ਫਿਰ ਉਹਨਾਂ ਨੇ ਮੁਹੰਮਦ ਹਸਮ ਅਲੀ ਮਨੀਪੁਰ ਦੇ ਵਿੱਚ ਜਿਹੜਾ ਮਾਰਿਆ ਗਿਆ ਸੀਗਾ ਉਹਦੇ ਉੱਤੇ ਵੀ ਗੱਲ ਕੀਤੀ ਹੈਗੀ ਆ। ਸੋ ਮੈਨੂੰ ਲੱਗਦਾ ਕਿ ਜਦੋਂ ਅਸੀਂ ਸਿਰਫ ਇਹ ਗੱਲ ਕਹੀਏ ਕਿ ਹਾਂ ਉਹਨਾਂ ਨੇ ਬਾਈਬਲ ਕਲਾਂ ਲਈ ਇਹ ਗੱਲ ਕੀਤੀ ਹੈਗੀ ਹੈ ਤਾਂ ਉਹ ਸਹੀ ਨਹੀਂ ਹੋਵੇਗੀ। ਉਹਨਾਂ ਨੇ ਉਹ ਸਾਰੇ ਮੁੱਦਿਆਂ, ਮੋਸਟਲੀ ਕਾਫੀ ਮੁੱਦਿਆਂ ਨੂੰ ਟੱਚ ਕੀਤਾ ਆ, ਜਿਸ ਦੇ ਵਿੱਚ ਫਰੀडम ਟੂ ਰਿਲੀਜਨ ਦੀ ਗੱਲ ਜਿਹੜੀ ਹੈਗੀ ਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਫੰਡਾਮੈਂਟਲ ਰਾਈਟਸ ਆਫ ਰਿਲੀਜਨ ਮਿਨੋਰਿਟੀਜ਼ should be protected। ਸੋ ਉਹਨਾਂ ਨੇ ਜਿਹੜੀ ਗੱਲ ਰੱਖੀ ਹੈਗੀ ਆ, ਅਗਰ ਉਹਨੂੰ ਆਪਾਂ ਥੋੜਾ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਸ ਦੇ ਵਿੱਚ ਕੋਈ ਵੀ ਪੋਲੀਟੀਕਲ ਬਦਬੂ ਨਹੀਂ ਆ ਰਹੀ ਹੈਗੀ। ਉਸ ਦੇ ਵਿੱਚ ਜਿਹੜੀ ਗੱਲ ਆ ਰਹੀ ਆ ਉਹ ਇਹੀ ਆ ਰਹੀ ਹੈ ਕਿ ਹਾਂ ਤੁਸੀਂ ਕਿਸੇ ਵੀ ਬੰਦੇ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਕਿਵੇਂ ਕਹਿ ਸਕਦੇ ਹੋ, ਤੁਸੀਂ ਕਿਵੇਂ ਡਿਸਾਈਡ ਕਰ ਸਕਦੇ ਹੋ ਕਿ ਬੰਦੇ ਨੇ ਕੀ ਖਾਣਾ ਤੇ ਕੀ ਨਹੀਂ ਖਾਣਾ, ਤੁਸੀਂ ਕਿਵੇਂ ਡਿਸਾਈਡ ਕਰ ਸਕਦੇ ਹੋ ਕਿ ਇਹ ਜਿਹੜਾ ਧਰਮ ਆ ਇਹ ਇਸ ਧਰਮ ਦਾ ਅੰਗ ਆ, ਜਦੋਂ ਕਿ ਉਹਦੇ ਬਿਲੀਵਸ, ਉਹਦਾ ਕਲਚਰ, ਉਹਦਾ ਰਹਿਣਾ ਸਹਿਣਾ, ਰਿਚੁਅਲਸ ਸਾਰਾ ਕੁਛ ਹੀ ਉਸ ਧਰਮ ਤੋਂ ਅਲੱਗ ਆ ਤੇ ਤੁਸੀਂ ਉਹ ਜ਼ਬਰਦਸਤੀ ਉਹਨੂੰ ਉਸ ਧਰਮ ਦਾ ਅੰਗ ਦੱਸਦੇ ਹੋ। ਤੁਸੀਂ ਕਿਵੇਂ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਕਰ ਸਕਦੇ ਹੋ ਤੇ ਬੇਅਦਬੀ ਤੋਂ ਬਾਅਦ ਚੋਂ ਅਗਰ ਉੱਥੇ ਪੀਸਫੁਲ ਪ੍ਰੋਟੈਸਟ ਹੋ ਰਿਹਾ ਹੋਵੇ ਤੇ ਤੁਹਾਡੀ ਪੁਲਿਸ ਕਿਵੇਂ ਨਿਹੱਤੇ ਪ੍ਰੋਟੈਸਟਰਸ ਦੇ ਉੱਤੇ ਗੋਲੀ ਚਲਾ ਸਕਦੀ ਆ। ਇਹਨਾਂ ਮੁੱਦਿਆਂ ਨੂੰ ਉਹਨਾਂ ਨੇ ਹਾਈਲਾਈਟ ਕੀਤਾ ਤੇ ਮੈਨੂੰ ਲੱਗਦਾ ਕਿ ਇਹ ਮੁੱਦੇ ਇਹੋ ਜਿਹੇ ਮੁੱਦੇ ਨੇ ਕਿ ਜਿੰਨੇ ਵੀ ਹਿਊਮਨ ਰਾਈਟਸ ਐਕਟਿਵਿਸਟਸ ਨੇ ਜਾਂ ਜਿਹੜੀਆਂ ਵੀ ਕੰਟਰੀਜ਼ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੀਆਂ ਉਹਨਾਂ ਦੀ ਡਿਊਟੀ ਬਣਦੀ ਆ ਕਿ ਉਹ ਇਹੋ ਜਿਹੇ ਮੁੱਦਿਆਂ ਨੂੰ ਹਾਈਲਾਈਟ ਕਰਨ। ਹੋਰ ਅਗਰ ਉਹ ਨਹੀਂ ਕਰਦੇ ਤੇ ਉਹ ਆਪਣੀ ਡਿਊਟੀ ਤੋਂ ਭੱਜਦੇ ਨੇ। ਤੇ ਮੈਂ US ਦਾ ਇਸ ਗੱਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ। ਔਰ ਅੱਗੇ ਇੱਕ ਗੱਲ ਜੇਕਰ ਇਜਾਜ਼ਤ ਹੋਵੇ ਕੁਲਵੀਰ ਜੀ, ਬਾਰ-ਬਾਰ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਬਾਦਲ ਜਿਹੜਾ ਆ ਉਹ ਸਿੱਖ ਆ, ਜਿਹੜੀ ਮਾਈਨੋਰਿਟੀ ਦੇ ਵਿੱਚ ਉਹਨਾਂ ਨੇ ਫਿਰ ਜੇਕਰ ਬਾਦਲ ਨੇ ਸਾਰਾ ਬਾਈਬਲ ਕਾਂਡ ਕਰਵਾਇਆ ਤੇ ਫਿਰ ਜਿਹੜੀ ਮੈਜੋਰਿਟੀ ਆ ਜਾਂ ਜਿਹੜੀ ਸਰਕਾਰ ਆ ਜਾਂ ਜਿਹੜੀ ਸੋਚ ਆ ਪਿੱਛੇ ਉਹ ਜ਼ਿੰਮੇਵਾਰ ਕਿਵੇਂ ਹੋ ਸਕਦੀ ਆ। ਮੈਂ ਬਹੁਤ ਵਾਰ ਮੇਰਾ ਖਿਆਲ ਹੈ ਕਿ ਆਪਣੇ ਜਿੰਨੇ ਵੀ ਸਾਡੇ ਪੈਨਲਿਸਟ ਦੋਸਤ ਨੇ ਉਹਨਾਂ ਦੇ ਅੱਗੇ ਇਹ ਗੱਲ ਬਾਰ-ਬਾਰ ਰੱਖ ਰਿਹਾ ਕਿ ਫਿਰ ਪਿੱਛੇ ਜਾਣਾ ਪੈਂਦਾ, ਹਿਸਟਰੀ ਦੇ ਵਿੱਚ ਜਾਣਾ ਪੈਂਦਾ, ਕਿਉਂਕਿ ਹਿਸਟਰੀ ਤੋਂ ਅਸੀਂ ਲੋ ਲੈ ਕੇ ਹੀ ਅੱਗੇ ਅਸੀਂ ਕਿਸੇ ਨਤੀਜੇ ਦੇ ਉੱਤੇ ਜਾਂ ਆਪਣਾ ਜਿਹੜਾ ਭਵਿੱਖ ਆ ਉਹਨੂੰ ਰਚਨਾ ਸਕਦੇ ਹਾਂ। 1861 ਦੀ ਜਿਹੜੀ ਸੈਂਸਸ ਹੁੰਦੀ ਆ ਇੰਡੀਆ ਦੀ ਜਾਂ ਭਾਰਤ ਦੀ, ਉਸ ਵੇਲੇ ਭਾਰਤ ਜਿਹੜਾ ਸੀਗਾ ਉਹ ਸੰਯੁਕਤ ਭਾਰਤ ਸੀਗਾ, ਅਫਗਾਨਿਸਤਾਨ ਵੀ ਸੀਗਾ, ਬਰਮਾ ਵੀ ਸੀਗਾ, ਉਹਦੇ 'ਚ ਬੰਗਲਾਦੇਸ਼ ਵੀ ਸੀ ਜਾਂ ਬੰਗਲਾਦੇਸ਼, ਉਹ ਸਾਰੇ ਦੀ ਸਾਰਾ ਜਿਹੜਾ ਇੱਕ ਸਬ ਕੰਟੀਨੈਂਟ ਹੈਗਾ ਉਹ ਭਾਰਤ ਦੇ ਵਿੱਚ ਆਉਂਦਾ ਸੀਗਾ। ਤੇ 1861 ਦੀ ਜਿਹੜੀ ਸੈਂਸਸ ਸੀ ਉਹਦੇ ਵਿੱਚ ਜਿਹੜੀ ਗਿਣਤੀ ਸੀ 179 ਮਿਲੀਅਨ, ਯਾਨੀ ਕਿ ਆਲਮੋਸਟ 18 ਕਰੋੜ ਦੀ ਆਬਾਦੀ ਭਾਰਤ ਦੀ ਸੀ। ਔਰ ਉਹਨਾਂ ਦੇ ਵਿੱਚ ਕਿੰਨੇ ਗੋਰੇ ਸਨ? ਫਿਜ਼ੀਕਲ ਤੌਰ ਦੇ ਉੱਤੇ ਸਿਰਫ ਤੇ ਸਿਰਫ 3000 ਜਿਹੜਾ ਗੋਰਾ ਸੀ ਉਹ ਰਾਜ ਕਰਦਾ ਸੀ। ਜਿਹੜੀ ਮਦਰਾਸ ਦੀ ਪ੍ਰੈਜ਼ੀਡੈਂਸੀ ਹੈਗੀ ਆ ਉਹਦੀ 30 ਮਿਲੀਅਨ ਦੀ ਆਬਾਦੀ ਸੀ, ਉਹਦੇ ਵਿੱਚ ਸਿਰਫ 300 ਗੋਰਾ ਜਿਹੜਾ ਸੀਗਾ ਉਹਨੂੰ ਸਾਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨੂੰ ਐਡਮਿਨਿਸਟਰ ਕਰ ਰਿਹਾ ਸੀਗਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇਕਰ ਅਸੀਂ ਇਹ ਕਹਿੰਦੇ ਆ ਕਿ ਗੋਰਿਆਂ ਨੇ ਸਾਡੇ ਉੱਤੇ ਧੱਕੇ ਕੀਤੇ, ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਗੋਰਿਆਂ ਨੇ ਕੋਈ ਧੱਕਾ ਨਹੀਂ ਕੀਤਾ। ਜਲਿਆਂਵਾਲੇ ਬਾਗ ਦੇ ਵਿੱਚ ਜੇ ਗੋਲੀਆਂ ਚਲਾਈਆਂ ਸਾਡੇ ਲੋਕਾਂ ਨੇ ਚਲਾਈਆਂ, ਜੇ ਭਗਤ ਸਿੰਘ ਨੂੰ ਫਾਂਸੀ ਦਵਾਈ ਸਾਡੇ ਲੋਕਾਂ ਨੇ ਦਵਾਈ, ਜੇਕਰ ਜੀਂਦ ਦੇ ਵਿੱਚ ਜਿੱਥੇ ਕਿ ਸ਼ਹੀਦ ਮਦਨ ਲਾਲ ਢੀਂਗਰਾ ਦਾ ਭਰਾ ਜਿਹੜਾ ਬਿਹਾਰੀ ਲਾਲ ਢੀਂਗਰਾ ਸੀ, ਜੇ ਉੱਥੋਂ ਦਾ ਪ੍ਰਾਈਮ ਮਿਨਿਸਟਰ ਸੀ ਔਰ ਮਸ਼ਹੂਰ ਸੀ ਕਿ ਜਿੰਨੇ ਤਸ਼ੱਦਦ ਲੋਕਾਂ ਦੇ ਉੱਤੇ, ਭਾਰਤੀ ਲੋਕਾਂ ਦੇ ਉੱਤੇ ਉਹਨੇ ਕੀਤੇ ਕਿਸੇ ਹੋਰ ਨੇ ਨਹੀਂ ਕੀਤੇ, ਕਿ ਉਦੋਂ ਫਿਰ ਅਸੀਂ ਇਹ ਗੱਲ ਕਿਉਂ ਨਹੀਂ ਕਹੀ ਕਿ ਉਹਨਾਂ ਦੇ ਵਿੱਚ ਭਾਈ ਗੋਰਿਆਂ ਦਾ ਕੋਈ ਰਾਜ ਨਹੀਂ ਸੀ? ਕਿਉਂਕਿ ਰਾਜ ਤਾਂ ਸਾਡਾ ਹੀ ਸੀਗਾ ਅਲਟੀਮੇਟਲੀ। ਸਾਡੇ ਕਲੈਕਟਰ ਸਾਡੇ ਸੀ, DSP ਸਾਡੇ ਸੀ, ਵੱਡੇ ਵੱਡੇ ਜੱਜ ਸਾਡੇ ਸੀ। ਕਿ ਸਾਨੂੰ ਇਹ ਪਤਾ ਕਿ ਜਿਹੜੀ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਆ ਉਹਦੇ ਵਿੱਚ ਕਿਸ ਤਰੀਕੇ ਦੀ ਉਹਦੀ ਸਪਲਿਟ ਅਪ ਸੀਗੀ। ਜਿਹੜੇ 3 ਜਿਊਰੀ ਦੇ ਮੈਂਬਰ ਸੀ ਉਹਨਾਂ ਦੇ ਵਿੱਚੋਂ ਇੱਕ ਸਾਡਾ ਸੀ। ਜਿਹੜੇ ਪ੍ਰੋਸੀਕਿਊਸ਼ਨ ਦੇ 4 ਵਕੀਲ ਸੀ ਉਹਨਾਂ ਦੇ ਵਿੱਚੋਂ 3 ਜਿਹੜੇ ਸੀਗੇ ਉਹ ਦੇਸੀ ਵਕੀਲ ਸੀਗੇ। 457 ਗਵਾਹ ਉੱਥੇ ਜਿਹੜੇ ਨੇ ਭੁਗਤੇ ਨੇ, ਉਹਨਾਂ ਦੇ ਵਿੱਚੋਂ ਤੁਸੀਂ ਕੋਸ਼ਿਸ਼ ਕਰਕੇ ਵੀ ਲੱਭੋਗੇ ਤਾਂ ਤੁਹਾਨੂੰ 20 ਦੇ ਕਰੀਬ ਜਿਹੜਾ ਹੈਗਾ ਗੋਰਾ ਉੱਥੇ ਤੁਹਾਡੇ ਅੱਗੇ ਨਹੀਂ ਆਏਗਾ। ਫਿਰ ਅਸੀਂ ਕਿਸ ਤਰੀਕੇ ਦੇ ਨਾਲ ਇਹ ਬਲੇਮ ਕਰਦੇ ਆ ਕਿ ਉਹ ਜੀ ਗੋਰਿਆਂ ਦੇ ਰਾਜ ਦੇ ਵਿੱਚ ਇਹ ਸਾਰਾ ਕੁਝ ਹੋਇਆ, ਜਾਂ ਅਸੀਂ ਇਹ ਕਹੀਏ ਵੀ ਉਦੋਂ ਵੀ ਜਿਹੜਾ ਰਾਜ ਸੀਗਾ ਉਹ ਗੋਰਿਆਂ ਦਾ ਨਹੀਂ ਸੀ, ਸਾਡਾ ਸੀ, ਜਾਂ ਅਸੀਂ ਅੱਜ ਇਸ ਗੱਲ ਨੂੰ ਤਸਲੀਮ ਕਰੀਏ ਕਿ KPS ਗਿੱਲ ਜਿਹੜਾ ਚਾਹੇ KPS ਗਿੱਲ ਆ ਜਾਂ ਸੈਣੀ ਆ ਜਾਂ ਕੋਈ ਵੀ ਹੋਰ ਹੈਗਾ, ਚਾਹੇ ਪ੍ਰਕਾਸ਼ ਸਿੰਘ ਬਾਦਲ ਆ, ਉਹ ਸਿੱਖ ਹੋਣ ਦੀ ਬਜਾਏ ਜਿਹੜੇ ਇੱਕ ਸੈਂਟਰ ਦੇ ਸਟੂਜਸ ਨੇ ਔਰ ਉਹਨਾਂ ਦੇ ਕਰਕੇ
ਜਿੰਨਾ ਕੁਝ ਵੀ ਉਹ ਕਰਦੇ ਨੇ ਉਹ ਉਹਨਾਂ ਦੀ ਕਨਾਈਵੈਂਸ ਤੋਂ ਬਗੈਰ ਨਹੀਂ ਹੁੰਦਾ। ਹੁਣ ਅਗਲੀ ਗੱਲ ਟਰੰਪ ਦੀ, ਡੋਨਲਡ ਟਰੰਪ ਦੀ ਵੀਰ ਜੀ ਨੇ ਇਹ ਕੀਤੀ ਆ। ਇਹ ਉਹ ਜੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਕੋਈ ਵੀ ਗੱਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਐਕਸਪ੍ਰੈਸ ਕਰ ਸਕਦੇ ਹੋ। ਡੋਨਲਡ ਟਰੰਪ ਜਿਹੜਾ ਹੈਗਾ ਆ ਉਹ ਜੇ ਹੇਟ ਫੈਲਾ ਰਿਹਾ, ਕੋਈ ਅੱਜ ਤੱਕ ਇਹਨਾਂ ਦੇ ਮਨ ਦੇ ਵਿੱਚ ਕੋਈ ਇਦਾਂ ਦਾ ਹੋਵੇ ਵੀ ਉੱਥੇ ਦੰਗੇ ਹੋ ਗਏ, ਉੱਥੇ ਮੁਸਲਮਾਨਾਂ ਨੂੰ ਵੱਢ ਕੱਟ ਜਿਹੜੀ ਹੈਗੀ ਆ ਉੱਥੇ ਸ਼ੁਰੂ ਹੋ ਗਈ ਹੋਵੇ। ਵਿਸਕੌਨਸਨ ਦੇ ਵਿੱਚ 6 ਸਿੱਖਾਂ ਦਾ ਜਿਹੜਾ ਸੀਗਾ ਗੋਲੀ ਦੇ ਨਾਲ ਕਤਲ ਕੀਤਾ ਗਿਆ, ਪਰ ਉਹ ਨਾਲ ਦੀ ਨਾਲ ਜਿਹੜਾ ਸੀਗਾ ਬੰਦਾ ਉਹ ਉੱਥੇ ਢੇਰ ਕਰ ਦਿੱਤਾ ਗਿਆ। 10 ਦਿਨ ਜਿਹੜੇ ਸੀਗੇ ਉਹਦੇ ਅਮਰੀਕਾ ਦੇ ਝੰਡੇ ਜਿਹੜੇ ਸੀਗੇ ਉਹ ਹਾਫ ਮਾਸਟ ਰਹੇ ਆ। ਹੁਣ ਕੀ ਇਹੋ ਜਿਹੀ ਕੋਈ ਐਗਜ਼ਾਮਪਲ ਸਾਨੂੰ ਭਾਰਤ ਦੇ ਵਿੱਚ ਮਿਲੇਗੀ ਜਿੱਥੇ ਤੋਗੜੀਆ, ਜਿੱਥੇ ਦਿਨ ਦਿਹਾੜੇ ਤੋਗੜੀਆ ਵਰਗੇ ਜਿਹੜੇ ਤਵਸਬੀ ਲੋਕ ਨੇ ਉਹ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਅਸੀਂ ਕਸਮ ਖਾਂਦੇ ਆ ਸ਼ੰਕਰ ਦੀ, ਅਸੀਂ ਕਸਮ ਖਾਂਦੇ ਆ ਦੁਰਗਾ ਦੀ, ਜਿੰਨੀ ਦੇਰ ਤੱਕ ਪਾਕਿਸਤਾਨ ਦੇ 40 ਟੁਕੜੇ ਨਹੀਂ ਅਸੀਂ ਕਰ ਦਿੰਦੇ ਉਨੀ ਦੇਰ ਤੱਕ ਅਸੀਂ ਸਾਹ ਨਹੀਂ ਲਵਾਂਗੇ। ਜਿੱਥੇ ਇਹਨਾਂ ਦੇ ਅਦਿੱਤਿਆਨੰਦ ਹੁਣੀ ਜਿਹੜੇ ਕਿ MP ਨੇ ਉਸ ਪਾਰਲੀਮੈਂਟ ਦੇ ਵਿੱਚ ਉਹ ਬੈਠੇ ਨੇ, ਜਿੱਥੇ ਬਿਆਨ ਦਿੰਦੇ ਨੇ ਕਿ ਇਹਨੂੰ ਅਸੀਂ ਇੰਨੀ ਦੇਰ ਦੇ ਵਿੱਚ 20 ਸਾਲਾਂ ਦੇ ਵਿੱਚ 25 ਸਾਲਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਵਾਂਗੇ। ਔਰ ਉਹ ਤੋਂ ਬਾਅਦ ਕੱਲਾ ਉਹ ਬਿਆਨ ਨਹੀਂ ਦਿੰਦੇ, ਉਹ ਤੋਂ ਬਾਅਦ ਉਹਨਾਂ ਦਾ ਜਿਹੜਾ ਬਿਆਨ ਹੁੰਦਾ ਉਹ ਵੱਖਰੇ ਜਿਹੜੇ ਦੰਗਿਆਂ ਦੇ ਵਿੱਚ ਤਬਦੀਲ ਹੁੰਦਾ, ਉਹਨਾਂ ਦੇ ਵਿੱਚ ਮੌਤਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਘਰ-ਬਾਰ ਜਿਹੜੇ ਨੇ ਉਹ ਲੂਏ ਜਾਂਦੇ ਨੇ। ਕੋਈ ਇਹੋ ਜਿਹੀ ਐਗਜ਼ਾਮਪਲ ਜਿਹੜੀ ਡੋਨਲਡ ਟਰੰਪ ਨੇ ਜੇਕਰ ਬਿਆਨ ਦਿੱਤੇ ਨੇ ਤੇ ਉਹ ਕੁਝ ਇਹੋ ਜਿਹੀ ਮੈਨੀਫੈਸਟੇਸ਼ਨ ਹੋਈ ਹੋਵੇ ਉਹਦੇ ਬਿਆਨਾਂ ਦੀ ਕਿਸੇ ਵੀ ਤਰੀਕੇ ਨਾਲ ਦੰਗਿਆਂ ਦੇ ਵਿੱਚ ਜਾਂ ਕਤਲਾਂ ਦੇ ਵਿੱਚ ਜਾਂ ਮੌਤ ਦੇ ਵਿੱਚ, ਤੇ ਸਾਡੇ ਅੱਗੇ ਇਹ ਜ਼ਰੂਰ ਰੱਖਣ। ਹਾਂ, ਅਸੀਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਦੀ ਗੱਲ ਦੀ ਜਿਹੜੀ ਪ੍ਰੋੜਤਾ ਕਰਦੇ ਹਾਂ, ਬਿਲਕੁਲ ਅਸੀਂ ਉਸ ਗੱਲ ਨੂੰ ਵੀ ਪੂਰੀ ਸ਼ਿੱਦਤ ਦੇ ਨਾਲ ਇਹ ਕਹਿੰਦੇ ਆ ਕਿ ਉਹ ਜੋ ਕੁਝ ਕਰ ਰਿਹਾ ਉਹ ਗਲਤ ਆ। ਪਰ ਉਸ ਚੀਜ਼ ਨੂੰ ਲੈ ਕੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਹਾਂ ਭਾਈ ਉਹਦੇ ਕੋਈ ਨਾ ਕੋਈ ਜਿਹੜੇ ਅਮਰੀਕਾ ਦੇ ਆਪਣੇ ਮਫਾਦ ਹੋਣਗੇ। ਮੈਂ ਇਹ ਕਹਿਣਾ ਚਾਹੁੰਦਾ ਵੀਰ ਨੂੰ, ਮੈਂ ਇਹ ਪੁੱਛਣਾ ਚਾਹੁੰਦਾ ਕਿ ਮਫਾਦ ਅਮਰੀਕਾ ਦੇ ਇਹ ਨੇ ਕਿ ਜੇਕਰ ਉਹਦੀ ਭਾਰਤ ਦੇ ਨਾਲ ਵਧੀਆ ਦੋਸਤੀ ਬਣੀ ਰਵੇ, ਕਿ ਇਹ ਹੈ ਨਾ, ਕੋਈ ਵੀ ਮੁਲਕ ਜਿਹੜਾ ਹੈਗਾ ਅੱਜ ਇਹ ਅਫੋਰਡ ਨਹੀਂ ਕਰਦਾ ਕਿ ਉਹਦੇ ਭਾਰਤ ਦੇ ਨਾਲ ਸੰਬੰਧ ਨਾ ਹੋਣ। ਫਿਰ ਇਹਨਾਂ ਦੇ ਵਿੱਚ ਇਹੋ ਜਿਹੇ ਰਾਜਨੀਤਿਕ ਮਫਾਦ ਕੀ ਹੋ ਸਕਦੇ ਨੇ? ਜੇਕਰ ਸਟ੍ਰੈਟੇਜਿਕ ਅਸੀਂ ਤੌਰ ਦੇ ਉੱਤੇ ਦੇਖਦੇ ਹਾਂ, ਮਿਲਟਰੀ ਦੇ ਤੌਰ ਦੇ ਉੱਤੇ ਦੇਖਦੇ ਹਾਂ ਤੇ ਉਸ ਪੂਰੇ ਦੇ ਪੂਰੇ ਜਿਹੜਾ ਕੰਟੀਨੈਂਟ ਹੈਗਾ ਉਹਦੇ ਵਿੱਚ ਜੇਕਰ ਆਪਣਾ ਦਬਦਬਾ ਰੱਖਣਾ ਆ ਅਮਰੀਕਾ ਨੇ, ਤੇ ਉਹਨੂੰ ਭਾਰਤ ਵਰਗੇ ਦੇਸ਼ ਦੀ ਜ਼ਰੂਰਤ ਪਵੇਗੀ। ਔਰ ਇਹ ਜਿਹੜੇ ਨੇ ਮਫਾਦ ਤਾਂ ਇਹ ਨੇ ਪੋਲੀਟੀਕਲ, ਕਿਉਂਕਿ ਜੇਕਰ ਤੁਸੀਂ ਆਲੇ ਦੁਆਲੇ ਦੇਖਦੇ ਹੋ ਤੇ ਨੇਪਾਲ ਦੇ ਵਿੱਚ ਚੀਨ ਦਾ ਦਬਦਬਾ, ਪਾਕਿਸਤਾਨ ਦੇ ਵਿੱਚ ਕਰਾਚੀ ਦੀ ਬੰਦਰਗਾਹ ਤੱਕ ਪਾਕਿਸਤਾਨ ਉੱਥੇ ਪਹੁੰਚ ਗਿਆ। ਔਰ ਇਸ ਚੀਜ਼ ਨੂੰ ਕਾਊਂਟਰ ਕਰਨ ਦੇ ਲਈ ਜੇਕਰ ਕੋਈ ਉਹਨਾਂ ਦੇ ਕੋਲ ਆਸ ਦੀ ਕਿਰਨ ਆ ਤੇ ਸਿਰਫ ਭਾਰਤ ਦੀ ਆ, ਸੋ ਇਹ ਕਹਿ ਦੇਣਾ ਕਿ ਇਹਦੇ ਪਿੱਛੇ ਕੋਈ ਅਮਰੀਕਾ ਦਾ ਰਾਜਨੀਤਿਕ ਮਫਾਦ ਹੋਏਗਾ, ਮੇਰਾ ਖਿਆਲ ਨਹੀਂ ਕਿ ਉਹ ਕੁਝ ਇੱਕ ਲੋਕਾਂ ਦੇ ਲਈ, ਜਿਨ੍ਹਾਂ ਦੇ ਵਿੱਚ ਜੇ ਸਿੱਖਾਂ ਦੀ ਗੱਲ ਕੀਤੀ ਆ ਤੇ ਉਹ ਮਸੀਂ ਭਾਰਤ ਦੀ 1.5% ਜਿਹੜੀ ਆਬਾਦੀ ਆ ਉਹਨਾਂ ਦੇ ਉੱਤੇ ਉਹਨਾਂ ਦਾ ਕੋਈ ਰਾਜਨੀਤਿਕ ਮਫਾਦ ਨਹੀਂ ਹੋ ਸਕਦਾ। ਹਾਂ, ਉਹਨਾਂ ਨੂੰ ਇਹ ਫੋਰਸ ਹੋਣਾ ਪਿਆ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਏਜੰਸੀਜ਼ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਨੇ, ਜਦੋਂ ਉਹਨਾਂ ਨੇ ਅਮਰੀਕਾ ਦੇ ਇਹਨਾਂ ਲਾਅ ਮੇਕਰਸ ਨੂੰ ਇਹ ਜਿਹੜੇ ਦਸਤਾਵੇਜ਼ ਨੇ, ਜਿਹੜੀਆਂ ਫਾਈਂਡਿੰਗਸ ਨੇ ਉਹ ਦਿੱਤੀਆਂ ਨੇ, ਤੇ ਉਹ ਮਜਬੂਰਨ ਔਰ ਨਾਲ ਦੀ ਨਾਲ ਜਿਹੜੇ ਉੱਤੇ ਰੋਸ ਮੁਜ਼ਾਹਰੇ ਹੋਏ ਨੇ, ਚਾਹੇ ਸਿੱਖਾਂ ਦੇ ਨੇ, ਚਾਹੇ ਮੁਸਲਮਾਨਾਂ ਦੇ ਨੇ, ਚਾਹੇ ਹੋਰ ਜਿਹੜੀਆਂ ਘੱਟ ਗਿਣਤੀਆਂ ਨੇ ਜਾਂ ਹੋਰ ਜਿਹੜੇ ਉਹ ਲੋਕ ਨੇ ਜਿਹੜੇ ਦੱਬੇ ਕੁਚਲੇ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਭਾਰਤ ਦੇ ਵਿੱਚ, ਉਹਨਾਂ ਦੇ ਅਸਰ ਸਦਕਾ ਉਹਨਾਂ ਨੂੰ ਇਹ ਗੱਲਾਂ ਕਰਦੀਆਂ ਪਈਆਂ ਨੇ। ਸੋ ਇਹ ਗੱਲ ਅਸੀਂ ਬਾਰ-ਬਾਰ ਨਾ ਕਰੀਏ। ਜੀ ਦੇਖੋ, ਰਾਜ ਦੇਸੀ ਹੋਵੇ ਤੇ ਚਾਹੇ ਵਿਦੇਸ਼ੀ, ਸਾਡੇ ਆਪਣੇ ਲੋਕਾਂ ਦਾ ਰਾਜ ਹੋਵੇ ਚਾਹੇ ਹੋਵੇ ਬਸਤੀਵਾਦੀ, ਇੱਕ ਗੱਲ ਬਹੁਤ ਕਲੀਅਰ ਆ ਕਿ ਹੁਕਮਰਾਨਾਂ ਦੇ ਕੁਝ ਵੈਸਟਡ ਇੰਟਰਸਟ ਹੁੰਦੇ ਨੇ ਤੇ ਉਹਨਾਂ ਇੰਟਰਸਟ ਦੇ ਨਾਲ ਬਹੁਤ ਸਾਰੇ ਸਾਡੇ ਆਪਣੇ ਲੋਕ ਵੀ ਜੁੜੇ ਹੁੰਦੇ ਨੇ। ਇਹ ਗੱਲ ਅਸੀਂ ਬਰਤਾਨਵੀ ਰਾਜ ਵੇਲੇ ਦੇ ਹਿੰਦੁਸਤਾਨ ਬਾਰੇ ਵੀ ਕਹਿ ਸਕਦੇ ਹਾਂ ਤੇ ਅੱਜ ਦੇ ਹਿੰਦੁਸਤਾਨ ਦੇ ਬਾਰੇ ਵੀ ਕਹਿ ਸਕਦੇ ਹਾਂ। ਜੀ ਬਿਲਕੁਲ। ਗੱਲ ਇਹ ਕਿ ਜਦੋਂ ਅਸੀਂ ਇਹ ਕਹਿੰਦੇ ਕਿ ਕਾਨੂੰਨੀ ਤੌਰ ਦੇ ਉੱਤੇ ਖਾਲਿਸਤਾਨ ਦਾ ਨਾਅਰਾ ਲਾਉਣਾ ਗਲਤ ਨਹੀਂ ਹੈ, ਤਾਂ ਅਸੀਂ ਇਹੀ ਗੱਲ ਇਹ ਵੀ ਕਹਿ ਸਕਦੇ ਹਾਂ ਕਿ ਹਿੰਦੂਤਵ ਦਾ ਨਾਅਰਾ ਲਾਉਣਾ ਗਲਤ ਨਹੀਂ ਹੈ। ਪਰ ਮੇਰੇ ਸਾਹਮਣੇ ਸਵਾਲ ਇਹ ਹੈ ਕਿ ਅੱਜ ਦੀ ਸਦੀ ਦੇ ਵਿੱਚ, ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਹਿੰਦੂਤਵਵਾਦ, ਜਿਹਨੂੰ ਕਲਚਰਲ ਨੈਸ਼ਨਲਿਜ਼ਮ ਕਹਿੰਦੇ ਆ, ਉਹ ਨਹੀਂ ਕਹਿੰਦੇ ਕਿ ਸਾਡਾ ਧਰਮ ਰਾਜ ਜਿਹੜਾ ਉਹ ਕੱਟੜ ਹੋਊਗਾ। ਇਸੇ ਤਰ੍ਹਾਂ ਖਾਲਿਸਤਾਨ ਦੇ ਜਿਹੜੇ ਹਮੈਤੀ ਆ ਉਹ ਨਹੀਂ ਕਹਿੰਦੇ ਕਿ ਸਾਡਾ ਰਾਜ ਫੰਡਾਮੈਂਟਲ ਕਿਸਮ ਦਾ ਰਾਜ ਹੋਊਗਾ। ਹਰ ਕੋਈ ਇਹ ਦਾਅਵੇ ਕਰ ਸਕਦਾ, ਪਰ ਇਨ ਰਿਐਲਿਟੀ ਕੀ ਵਾਪਰੇਗਾ ਇਹਦੇ ਬਾਰੇ ਨਾ ਤਾਂ ਤੁਸੀਂ ਅਗਾਊਂ ਕਹਿ ਸਕਦੇ ਹੋ, ਪਰ ਸੰਕੇਤ ਮਿਲ ਸਕਦੇ ਆ। ਅਗਲੀ ਗੱਲ ਜਿਹੜੀ ਅਸੀਂ ਜਿਸ ਮੁੱਦੇ ਦੇ ਉੱਤੇ ਬਹਿਸ ਕਰ ਰਹੇ ਹਾਂ,
ਅਸੀਂ ਇੱਕ ਗੱਲ ਨੂੰ ਜ਼ਰੂਰ ਪਛਾਣਨ ਦਾ ਯਤਨ ਕਰੀਏ ਕਿ ਜਦੋਂ ਜਿਹੜੇ ਮੁੱਦੇ ਉਹ ਉਠਾਏ ਜਾਂਦੇ ਨੇ ਅਮਰੀਕੀ ਕਾਂਗਰਸ ਵੱਲੋਂ, ਸੋ ਕਾਲਡ ਹਿਊਮਨ ਰਾਈਟਸ ਜਥੇਬੰਦੀਆਂ ਵੱਲੋਂ, ਉਹ ਮੁੱਦੇ ਵੀ ਪਿਕ ਐਂਡ ਚੂਜ਼ ਨਾਲ ਜੁੜੇ ਹੋਏ ਆ। ਤੁਸੀਂ ਉਹਨਾਂ ਨੂੰ ਪਿਓਰਲੀ ਨਿਰਲੇਪ ਤੇ ਨਿਰਪੱਖ ਮੁੱਦੇ ਨਹੀਂ ਕਹਿ ਸਕਦੇ। ਕਸ਼ਮੀਰ ਦੇ ਵਿੱਚ ਭਾਰਤੀ ਸੈਨਾ ਜ਼ੁਲਮ ਕਰ ਰਹੀ ਹੈ, ਖਾਸ ਕਰਕੇ ਮੁਸਲਮਾਨਾਂ ਤੇ ਜ਼ੁਲਮ ਕਰ ਰਹੀ ਆ, ਮੈਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਕੀ ਅਮਰੀਕੀ ਕਾਂਗਰਸ ਨੇ ਕਦੇ ਉਹਨਾਂ ਲੋਕਾਂ ਬਾਰੇ ਮੁੱਦੇ ਉਠਾਏ ਜਿਨ੍ਹਾਂ ਨੂੰ ਕਸ਼ਮੀਰ ਛੱਡ ਕੇ ਜੰਮੂ ਦੇ ਵਿੱਚ ਟਿਕਣਾ ਪਿਆ, ਜਾਂ ਜੰਮੂ ਦੇ ਵਿੱਚ ਵੀ ਉਹਨਾਂ ਨੂੰ ਥਾਂ ਨਹੀਂ ਮਿਲੀ ਤੇ ਉਹਨਾਂ ਨੂੰ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਆਉਣਾ ਪਿਆ? ਮੈਨੂੰ ਉਹਨਾਂ ਦੇ ਉੱਜੜ ਜਾਣ ਦਾ ਦੁੱਖ ਹਿੰਦੂ ਮੁਸਲਮਾਨ ਤੋਂ ਵੀ ਵੱਡਾ ਇਹ ਹੈ ਕਿ ਉਹਨਾਂ ਦੀ ਕਸ਼ਮੀਰੀ ਪਛਾਣ ਜੰਮੂ 'ਚ ਆ ਕੇ ਵੀ ਖਤਮ ਹੋ ਜਾਂਦੀ ਹੈ ਤੇ ਉਹਨਾਂ ਦੀ ਕਸ਼ਮੀਰੀ ਪਛਾਣ ਦਿੱਲੀ ਵਿੱਚ ਆ ਕੇ ਵੀ ਖਤਮ ਹੋ ਜਾਂਦੀ ਹੈ। ਮੇਰੇ ਲਈ ਵੱਡਾ ਮਸਲਾ ਉਹਨਾਂ ਦੀ ਉਸ ਕਸ਼ਮੀਰੀ ਪਛਾਣ ਦਾ ਵਾ ਜਿਹੜੇ ਕਸ਼ਮੀਰ ਦੇ ਹਿੰਦੂ ਨੇ। ਪੰਜਾਬ ਦੀ ਧਰਤੀ ਦੇ ਉੱਤੇ ਅੱਤਵਾਦ ਦੇ ਦੌਰ ਦੇ ਵਿੱਚ ਬੱਸਾਂ ਤੋਂ ਲਾ ਕੇ ਲੋਕ ਮਾਰੇ ਜਾਂਦੇ ਰਹੇ, ਮੋਟਰਸਾਈਕਲਾਂ ਦੇ ਉੱਤੇ ਘੁੰਮਣ ਵਾਲੇ ਲੋਕ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਰਹੇ ਸ਼ਰੇਆਮ ਬਾਜ਼ਾਰਾਂ ਦੇ ਵਿੱਚ। ਮੈਂ ਤਰਨਤਾਰਨ ਦਾ ਵਾਸੀ ਰਿਹਾ, ਤਰਨਤਾਰਨ ਦੇ ਵਿੱਚ ਚਲਦੀਆਂ ਹੋਈਆਂ ਗੋਲੀਆਂ ਮੈਂ ਆਪ ਦੇਖੀਆਂ। ਕੋਈ ਵੀ ਕਹਿ ਸਕਦਾ ਜੀ ਉਹ ਸਾਡੇ ਨਹੀਂ ਸੀ, ਉਹ ਫਲਾਣੇ ਨਹੀਂ ਸੀ, ਉਹ ਧਮਕਾਨੇ ਸੀ। ਆਖਰਕਾਰ ਉਹ ਕੌਣ ਸਨ? ਜਿਹੜੇ ਵੀ ਸਨ, ਕੀ ਕਦੀ ਅਮਰੀਕੀ ਕਾਂਗਰਸ ਨੇ, ਕੀ ਹਿਊਮਨ ਰਾਈਟਸ ਵਾਲਿਆਂ ਨੇ ਕਦੇ ਉਹਨਾਂ ਬਾਰੇ ਵੀ ਮੁੱਦਾ ਉਠਾਇਆ? ਜੇ ਨਹੀਂ ਉਠਾਇਆ ਤੇ ਅਸੀਂ ਇੰਨੇ ਵੀ ਉਹਨਾਂ ਪ੍ਰਤੀ ਕਿਉਂ ਇਮੋਸ਼ਨਲ ਹੋਈਏ? ਜੀ ਮੈਂ ਕਮੈਂਟ ਕਰਨਾ ਚਾਹੁੰਦਾ। ਹਾਂਜੀ ਸੰਦੀਪ ਜੀ, ਛੋਟਾ ਰੱਖਿਓ, ਸਾਡੇ ਕੋਲ ਟਾਈਮ ਨਹੀਂ ਹੈ। ਟਾਈਮ ਅਸੀਂ ਆਲਰੇਡੀ ਜਿਹੜਾ ਹੈਗਾ ਉੱਪਰ ਹੋ ਚੁੱਕਿਆ। ਮੈਂ ਸਾਰੇ ਪੈਨਲਿਸਟ ਨੂੰ ਕਹਾਂਗਾ ਬਿਲਕੁਲ ਛੋਟੀ ਛੋਟੀ ਗੱਲ ਕਰ ਦਿਓ ਤਾਂ ਕਿ ਅਸੀਂ ਇਹ ਪ੍ਰੋਗਰਾਮ ਜਿਹੜਾ ਅੱਜ ਦਾ ਹੈਗਾ ਉਹ ਸਮਾਪਤ ਕਰ ਸਕੀਏ। ਬਿਲਕੁਲ, ਮੈਂ ਸਵਦੀਸ਼ ਜੀ ਉਹਨਾਂ ਦੀ ਇੱਕ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਖਾਲਿਸਤਾਨ ਦੀ ਡਿਮਾਂਡ ਕਰਨੀ, ਅਗਰ ਜਿਹੜੇ ਵੀ ਕਰਦੇ ਨੇ, ਮੈਂ ਭਾਵੇਂ ਉਹਨਾਂ ਵਿੱਚ ਆ, ਅਗਰ ਕਰਦੇ ਨੇ ਤੇ ਉਹਨਾਂ ਵਿੱਚ ਕੁਝ ਰੌਂਗ ਨਹੀਂ ਹੈਗਾ ਤੇ ਉਹਨਾਂ ਨੂੰ ਜੁਡੀਸ਼ਰੀ ਤੌਰ ਦੇ ਉੱਤੇ ਇਹਦਾ ਹੱਕ ਮਿਲਿਆ ਹੋਇਆ ਆ। ਤਾਂ ਕਰਕੇ ਹਿੰਦੁਸਤਾਨ ਦਾ ਨਾਰਾ ਲਾਉਣ ਵਾਲਿਆਂ ਦੇ ਉੱਤੇ ਵੀ ਕਿੰਨਾ ਮੈਂ ਕੁਝ ਰੌਂਗ ਨਹੀਂ ਹੈਗਾ। ਸਵਾਲ ਮੇਰਾ ਇੱਥੇ ਆਇਆ ਕਿ ਖਾਲਿਸਤਾਨ ਦੇ ਨਾਰੇ ਲਾਉਣ ਵਾਲਿਆਂ ਦੇ ਉੱਤੇ ਤਾਂ ਸੈਡੀਸ਼ਨ ਦੇ ਕੇਸ ਪੈਂਦੇ ਆ, ਪਰ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾਉਣ ਵਾਲੇ ਪਾਰਲੀਮੈਂਟ ਦੇ ਵਿੱਚ ਬੈਠੇ ਆ। ਇਹ ਇੱਕ ਡਿਸਕ੍ਰਿਮੀਨੇਸ਼ਨ ਦਾ ਸਬੂਤ ਆ। ਦੂਸਰੀ ਗੱਲ, ਅੱਜ ਦੀ ਖਬਰ ਆ, ਉਦਾਹਰਨ ਦੇ ਤੌਰ ਤੇ ਦੇਣ ਲੱਗਿਆ, ਆਇਰਨ ਸ਼ਰਮੀਲਾ ਨਾਂ ਦੇ ਨਾਮ ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਹੈ, ਮਨੀਪੁਰ ਕੋਰਟ ਨੇ ਉਹਨਾਂ ਨੂੰ ਬਾਇਜ਼ਤ ਬਰੀ ਕੀਤਾ। ਉਹਨਾਂ ਦੇ ਉੱਤੇ ਸੁਸਾਈਡ ਅਟੈਂਪਟ ਦਾ ਕੇਸ ਸੀਗਾ ਕਿਉਂਕਿ ਉਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਭੁੱਖ ਹੜਤਾਲ ਤੇ ਨੇ ਉਹ, ਤੇ ਉਹ ਅੰਨ ਨਹੀਂ ਖਾ ਰਹੇ ਹੈਗੇ। ਸੋ ਉਸ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਕੋਰਟ ਨੂੰ ਇਹ ਗੱਲ ਕਹੀ ਕਿ ਤੁਸੀਂ ਰੋਜ਼ ਜੋ ਰੋਜ਼ ਜੀ ਕਰਦਾ ਹੈ, ਇਸ ਜਿਹੜਾ ਬੰਦਾ ਪੀਸਫੁਲ ਪ੍ਰੋਟੈਸਟ ਕਰਦਾ ਪਿਆ ਉਹਨੂੰ ਚੱਕ ਕੇ ਤੁਸੀਂ ਕਦੀ ਜੇਲ੍ਹ 'ਚ ਬੰਦ ਕਰ ਦਿੰਦੇ ਹੋ, ਕਦੀ ਛੱਡ ਦਿੰਦੇ ਹੋ। ਤੁਸੀਂ ਖੇਡ ਬਣਾਈ ਆ, ਸੋ ਇਹ ਕੰਮ ਨਾ ਕੀਤਾ ਜਾਵੇ। ਇਹ ਵੀ ਜਿਹੜਾ ਪ੍ਰੋਟੈਸਟ ਕਰਨ ਦਾ ਇੱਕ ਤਰੀਕਾ ਆ, ਉਹਦੇ ਤੇ ਅਟੈਕ ਹੈਗੀ ਆ। ਜਿਹੜੀ ਤੀਸਰੀ ਗੱਲ ਜਿਸ ਦੇ ਉੱਤੇ ਮੈਨੂੰ ਓਬਜੈਕਸ਼ਨ ਆ ਉਹ ਹੈਗਾ ਕਿ ਦੇਖੋ ਕਸ਼ਮੀਰ ਦੇ ਵਿੱਚ ਤੇ ਜੰਮੂ ਦੇ ਹਿੰਦੂਆਂ ਦੇ ਨਾਲ ਜੋ ਕੁਝ, ਜਾਂ ਕਸ਼ਮੀਰੀ ਹਿੰਦੂਆਂ ਨਾਲ ਜੋ ਕੁਝ ਵਾਪਰਿਆ, ਅਗਰ ਕੋਈ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਤੇ ਮੈਂ ਉਹ ਕਸ਼ਮੀਰੀ ਹਿੰਦੂਆਂ ਦੇ ਨਾਲ ਖੜਾ ਹਾਂ। ਬਿਲਕੁਲ ਕਿਸੇ ਦੇ ਵੀ ਹਿਊਮਨ ਰਾਈਟਸ ਵਾਇਲੇਟ ਨਹੀਂ ਹੋਣੇ ਚਾਹੀਦੇ। ਪਰ ਮੇਰੀ ਜਾਣਕਾਰੀ ਅਨੁਸਾਰ ਜਿੰਨੀ ਸਟੱਡੀ ਮੈਂ ਕੀਤੀ ਆ, ਮੈਂ ਨਹੀਂ ਕਿਤੇ ਵੀ ਪੜ੍ਹਿਆ ਕਿ ਕਸ਼ਮੀਰੀ ਹਿੰਦੂਆਂ ਦੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਹੋਣ ਹਿੰਦੁਸਤਾਨ ਦੀ ਫੌਜ ਨੇ ਜਾਂ ਕਿਸੇ ਨੇ। ਪਰ ਮੈਂ ਇਹ ਜ਼ਰੂਰ ਪੜ੍ਹਿਆ ਕਿ ਹਿੰਦੁਸਤਾਨ ਦੀਆਂ ਫੌਜਾਂ ਨੇ ਕਸ਼ਮੀਰੀ ਮੁਸਲਮਾਨ ਔਰਤਾਂ ਦੇ ਨਾਲ ਰੇਪ ਕੀਤੇ। ਇਸ ਚੀਜ਼ ਦੇ ਉੱਤੇ ਮੈਨੂੰ ਓਬਜੈਕਸ਼ਨ ਆ। ਸੋ ਜਿੱਥੇ ਵੀ ਕਿਸੇ ਦੇ ਵੀ ਹਿਊਮਨ ਰਾਈਟਸ ਵਾਇਲੇਟ ਹੋਣ ਉਹਦੇ ਲਈ ਹਾਂ ਦਾ ਨਾਰਾ ਮਾਰਨਾ ਜ਼ਰੂਰੀ ਹੈਗਾ ਆ। ਤੀਸਰੀ ਗੱਲ, ਤਰਨਤਾਰਨ ਦੀ ਗੱਲ ਕੀਤੀ ਗਈ ਕਿ ਉੱਥੇ ਦੀ ਬੱਸਾਂ 'ਚੋਂ ਬੰਦੇ ਲਾ ਕੇ ਮਾਰੇ ਗਏ। ਬਹੁਤ ਗਲਤ ਕੀਤਾ ਸਵਦੀਸ਼ ਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਕਿਸੇ ਵੀ ਨਿਰਦੋਸ਼ ਬੰਦੇ ਨੂੰ ਕਿਸੇ ਕੋਲੇ ਹੱਕ ਨਹੀਂ ਕਿ ਉਹ ਕਿਸੇ ਵੀ ਨਿਰਦੋਸ਼ ਬੰਦੇ ਨੂੰ ਨਾ ਮਾਰੇ। ਹੋਰ ਮੈਂ ਇਹ ਵੀ ਗੱਲ ਤੁਹਾਨੂੰ ਦੱਸ ਦੇਵਾਂ ਕਿ ਪਿੰਕੀ ਕੈਟ ਨੇ ਤੇ ਅਨੇਕਾਂ ਪੁਲਿਸ ਆਫੀਸ਼ੀਅਲਸ ਨੇ ਆਪਣੇ ਮੂੰਹੋਂ ਮੰਨਿਆ ਆ ਕਿ ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਬੱਸਾਂ ਤੋਂ ਕੱਢ ਕੇ ਬੰਦੇ ਮਾਰੇ ਜਾਂ ਨਹਿਰਾਂ ਦੇ ਲਾਗੇ ਲਿਜਾ ਕੇ ਬੰਦੇ ਮਾਰੇ। ਸੋ ਮੈਂ ਕਾਫੀ ਹੱਦਾਂ, ਮੈਂ ਇਸ ਗੱਲ ਨੂੰ ਅੱਜ ਬਹੁਤ ਕਲੈਰਿਟੀ ਨਾਲ ਦੱਸ ਦੇਣਾ ਚਾਹੁੰਦਾ ਹਾਂ ਕਿ ਹਿਊਮਨ ਰਾਈਟਸ ਵਾਇਲੇਸ਼ਨਸ ਕਿਸੇ ਨਾਲ ਵੀ ਹੋਣ, ਹਰ ਬੰਦੇ ਦਾ ਫਰਜ਼ ਬਣਦਾ ਹੈ ਕਿ ਉਹ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਵਿਰੁੱਧ ਆਵਾਜ਼ ਉਠਾਵੇ। ਜਿਹੜਾ ਬੰਦਾ ਆਵਾਜ਼ ਨਹੀਂ ਉਠਾਉਂਦਾ ਉਹ ਵੀ ਇਹੀ ਸਮਝੇ ਕਿ ਉਹ ਵੀ ਉਹਨਾਂ ਕੀ ਵਾਇਲੇਟਰ ਆ ਜਿੰਨਾ ਕੁ ਵਾਇਲੇਸ਼ਨ ਕਰਨ ਵਾਲਾ ਆ। ਨਾਲ ਮੈਂ ਵੀ ਹੁਣ ਜ਼ਰੂਰ ਇਹੀ ਨਾਲ ਐਡ ਕਰਨਾ ਚਾਹਾਂਗਾ, ਜਿੱਦਾਂ ਸਵਦੀਸ਼ ਜੀ ਨੇ ਕਿਹਾ ਕਿ ਸਾਨੂੰ ਵੀ ਵਾਕਈ ਜਿਹੜੇ ਕਸ਼ਮੀਰੀ ਪੰਡਤ ਸੀਗੇ ਉਹਨਾਂ ਦੇ ਨਾਲ ਅਫਸੋਸ ਹੈ ਇਸ ਗੱਲ ਦਾ।
ਔਰ ਉਹਨਾਂ ਦੀ ਜਿਹੜੀ ਰੀਹੈਬਿਲਿਟੇਸ਼ਨ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ, ਬਹੁਤ ਸਾਰੇ ਪੈਸੇ 1680 ਕਰੋੜ ਰੁਪਏ ਦਾ ਜਿਹੜਾ ਬਜਟ ਸੀਗਾ ਉਹ ਰੱਖਿਆ ਗਿਆ। 500 ਕਰੋੜ ਰੁਪਈਆ ਜਿਹੜਾ ਹੈਗਾ ਉਹ ਮਨਮੋਹਨ ਸਿੰਘ ਦੀ ਜਦੋਂ ਗਵਰਨਮੈਂਟ ਸੀਗੀ ਉਦੋਂ ਰਿਲੀਜ਼ ਵੀ ਕੀਤਾ ਗਿਆ। 299 ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਸਰਕਾਰੀ ਡਾਟੇ ਨੇ ਉਹ ਕਹਿ ਰਹੇ ਨੇ ਕਿ 299 ਦੇ ਕਰੀਬ ਇੰਨੇ 15-20 1990 ਤੋਂ ਲੈ ਕੇ ਹੁਣ ਤੱਕ 299 ਦੇ ਕਰੀਬ ਜਿਹੜੇ ਨੇ ਕਸ਼ਮੀਰੀ ਪੰਡਤ ਉਹਨਾਂ ਨੂੰ ਮਾਰਿਆ ਗਿਆ। ਮੈਂ ਹੁਣ ਇੱਕ ਸਵਾਲ ਅੱਗੇ ਇਹ ਆਉਂਦਾ ਕਿ 1680 ਕਰੋੜ ਰੁਪਈਆ ਜਿਹੜਾ ਹੈਗਾ ਸੀਗਾ ਉਹ ਉਹਨਾਂ ਦੇ ਪੁਨਰ ਵਸੇਵੇ ਦੇ ਲਈ ਉੱਥੇ ਰੱਖਿਆ ਗਿਆ, ਜਿਹੜੇ ਲੋਕਾਂ ਨੂੰ ਕਸ਼ਮੀਰ ਤੋਂ ਭਜਾਇਆ ਗਿਆ ਸੀਗਾ ਕਿਸੇ ਵੀ ਤਰੀਕੇ ਦੇ ਨਾਲ, ਕਿਉਂਕਿ ਜਿਹੜੇ ਆਮ ਕਸ਼ਮੀਰੀ ਨੇ ਉਹ ਅਜੇ ਵੀ ਇਹ ਚਾਹੁੰਦੇ ਨੇ ਕਿ ਉਹਨਾਂ ਦੀਆਂ ਵੱਖਰੀਆਂ ਕਲੋਨੀਆਂ ਨਹੀਂ ਬਣਾਉਣੀਆਂ ਚਾਹੀਦੀਆਂ, ਉਹਨਾਂ ਦੇ ਜਿਹੜੇ ਡਾਇਲੈਪੀਡੇਟਡ, ਉਹਨਾਂ ਦੇ ਜਿਹੜੇ ਢਹਿ ਚੁੱਕੇ ਮਕਾਨ ਨੇ ਉਹਨਾਂ ਨੂੰ ਬਣਾ ਕੇ ਉਹਨਾਂ ਨੂੰ ਉਸੇ ਭਾਈਚਾਰੇ ਦੇ ਵਿੱਚ ਦੁਬਾਰਾ ਵਾਪਸ ਲਿਆਉਣਾ ਚਾਹੀਦਾ, ਜਿਹੜਾ ਕਿ ਬੜਾ ਇੱਕ ਮੁਬਾਰਕ ਸੰਕੇਤ ਹੈਗਾ ਕਸ਼ਮੀਰ ਦੇ ਲੋਕਾਂ ਦੇ ਵੱਲੋਂ। ਮੈਂ ਇਹ ਸਵਾਲ ਅੱਗੇ ਹੁਣ ਇਹ ਰੱਖਣਾ ਚਾਹੁੰਦਾ ਕਿ ਜਿਹੜੀਆਂ ਬੱਸਾਂ ਚੋਂ ਕੱਢ ਕੇ ਮਾਰੇ ਗਏ ਨੇ ਹਿੰਦੂ, ਬੇਗੁਨਾਹ ਹਿੰਦੂ, ਉਹਨਾਂ ਦੀ ਬਹੁਤ ਮੈਂ ਵੀ ਮਜ਼ੰਮਤ ਕਰਦਾ ਉਸ ਗੱਲ ਦੀ, ਮੈਂ ਵੀ ਉਹਦਾ ਨਿੰਦਾ ਕਰਦਾ, ਪਰ ਕਿ ਜਿਹੜੇ ਘਰਾਂ ਦੇ ਵਿੱਚੋਂ ਕੱਢ ਕੇ ਮਾਰੇ ਗਏ ਉਹਨਾਂ ਲੋਕਾਂ ਦੇ ਬਾਰੇ ਇਹ ਗੱਲਾਂ ਕਿਉਂ? ਇਹ ਤਰਨਤਾਰਨ ਤੋਂ ਨੇ, ਕੀ ਇਹ ਦੱਸ ਸਕਦੇ ਨੇ ਕਿ ਤਰਨਤਾਰਨ ਦੇ ਘਰਾਂ ਦੇ ਵਿੱਚੋਂ ਕੀ ਕੱਢ ਕੇ ਮੁੰਡੇ ਨਹੀਂ ਮਾਰੇ ਗਏ? ਕੀ ਉਹਨਾਂ ਦੇ ਮੁਕਾਬਲੇ ਨਹੀਂ ਬਣਾਏ ਗਏ? ਕੀ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਦੀਆਂ ਜਿਹੜੀਆਂ ਫਿਰੌਤੀਆਂ ਜਿਹੜੀਆਂ ਪੁਲਿਸ ਵਾਲਿਆਂ ਨੇ ਨਹੀਂ ਲਈਆਂ? ਕੀ ਉਹਨਾਂ ਦੀਆਂ ਔਰਤਾਂ ਦੇ ਨਾਲ ਉਹਨਾਂ ਨੇ ਬਲਾਤਕਾਰ ਨਹੀਂ ਕੀਤੇ? ਕੀ ਪਿਓ ਦੇ ਸਾਹਮਣੇ ਉਹਦੀ ਧੀ ਨੂੰ ਨੰਗੀ ਕਰਕੇ ਜਿਹੜੀ ਆ ਉਹ ਉਹਨਾਂ ਦੇ ਵਿੱਚ ਜਿਹੜੇ ਟਾਰਚਰ ਸੈਂਟਰ ਸੀਗੇ ਉਹਨਾਂ ਦੇ ਵਿੱਚ ਨਹੀਂ ਰੱਖਿਆ ਗਿਆ? ਕੀ ਅਸੀਂ ਇਸੇ ਗੱਲ ਨੂੰ ਆਧਾਰ ਬਣ ਕੇ ਆਪਣੀ ਜਿਹੜੀ ਟਿੱਪਣੀ ਕਰਾਂਗੇ ਜਾਂ ਆਪਣੀ ਜਿਹੜੀ ਚਰਚਾ ਕਰਾਂਗੇ ਕਿ ਹਾਂਜੀ ਬੱਸਾਂ ਚੋਂ ਕੱਢ ਕੇ ਮਾਰੇ, ਬੱਸਾਂ ਚੋਂ ਕੱਢ ਕੇ ਮੇਰੇ ਆਪਣੇ ਦੋਸਤ ਦਾ ਫਾਦਰ ਜਿਹੜਾ ਕਿ ਖੁੱਡਾ ਬੱਸ ਕਾਂਡ ਦੇ ਵਿੱਚ ਮਾਰਿਆ ਗਿਆ, ਮੇਰਾ ਆਪਣਾ ਦੋਸਤ ਸੀਗਾ, ਔਰ ਅਸੀਂ ਉਹਦੇ ਫਾਦਰ ਦੇ ਉਹਦੇ ਭੋਗ ਦੇ ਉੱਤੇ ਜਾਂ ਉਹਦੀ ਜਿਹੜੀ ਜਦੋਂ ਕ੍ਰਿਮੇਸ਼ਨ ਹੋਣੀ ਸੀ ਉਹਦੇ ਉੱਤੇ ਆਪ ਗਏ, ਔਰ ਸਾਨੂੰ ਵੀ ਉਸ ਚੀਜ਼ ਦਾ ਦਰਦ ਆ, ਸਾਨੂੰ ਵੀ ਇਸ ਚੀਜ਼ ਦਾ ਪਤਾ ਲੱਗਾ ਕਿ ਖਲਾ ਕੀ ਹੁੰਦਾ। ਪਰ ਉਹਨਾਂ ਮਾਵਾਂ ਨੂੰ ਜਿਨ੍ਹਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਦੇ ਬੱਚੇ ਗਏ ਕਿੱਥੇ ਨੇ, ਕਿ ਉਹਨਾਂ ਦੇ ਲਈ ਕੋਈ ਇਹਨਾਂ ਦੀ ਸਰਕਾਰ ਦੇ ਵੱਲੋਂ ਕੋਈ ਇਦਾਂ ਪੈਸਾ ਪੁਨਰ ਵਸੇਵੇਂ ਦੇ ਲਈ ਪੈਸਾ ਰੱਖਿਆ ਹੋਵੇ ਕਿ ਜਿਹੜੀਆਂ ਚਲੋ ਮੰਨ ਲਓ ਖਾੜਕੂ ਜਿਹੜੇ ਸ਼ਹੀਦ ਹੋਏ ਨੇ ਉਹ ਤਾਂ ਚਲੇ ਗਏ ਦੁਨੀਆ ਤੋਂ, ਕੀ ਜਿਹੜੇ ਉਹਨਾਂ ਦੇ ਬੱਚੇ ਸੀਗੇ ਉਹਨਾਂ ਦਾ ਪੁਨਰ ਵਸੇਵਾ ਕਰਨਾ ਕੀ ਸਰਕਾਰ ਦਾ ਫਰਜ਼ ਨਹੀਂ ਸੀ? ਕਿ ਅਜੇ ਵੀ ਉਹ ਉਹਨਾਂ ਲੋਕਾਂ ਨੂੰ, ਉਹਨਾਂ ਬੱਚਿਆਂ ਨੂੰ, ਉਹਨਾਂ ਬੇਕਸੂਰ ਬੱਚਿਆਂ ਨੂੰ ਅੱਜ ਵੀ ਨਿੰਦ ਰਹੇ ਨੇ, ਅੱਜ ਵੀ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ, ਅੱਜ ਵੀ ਜਿਹੜੇ ਉਹਨਾਂ ਦੇ ਵੱਖਰੇ ਸਕੂਲ ਨੇ ਵਿਚਾਰੇ, ਔਰ ਜਿਹੜੇ ਸਿੱਖਾਂ ਦੀਆਂ ਜਿਹੜੀਆਂ ਡੋਨੇਸ਼ਨਸ ਨੇ ਉਹਨਾਂ ਦੇ ਉੱਤੇ ਆਪਣਾ ਜਿਹੜਾ ਜੀਵਨ ਬਸਰ ਕਰਨੇ? ਕਿ ਕੋਈ ਇਹੋ ਜਿਹਾ ਪੁਨਰ ਵਸੇਵਾ ਸਕੀਮ ਭਾਰਤ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਜਾਂ ਕਿਸੇ ਵੀ ਸਰਕਾਰ ਦੇ ਵੱਲੋਂ ਸਿੱਖਾਂ ਦੇ ਲਈ ਕੀਤੀ ਗਈ ਜਿਹੜੀ ਕਿ ਕਸ਼ਮੀਰੀ ਹਿੰਦੂਆਂ ਦੇ ਲਈ ਜਾਂ ਕਸ਼ਮੀਰੀ ਪੰਡਤਾਂ ਦੇ ਲਈ ਕੀਤੀ ਗਈ? ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਡਿਸਪੈਰਿਟੀ ਹੈਗੀ ਆ ਉਹ ਕਿਉਂ ਹੈਗੀ ਆ? ਕਿਉਂ ਸਾਨੂੰ ਬੱਸਾਂ ਚੋਂ ਕੱਢ ਕੇ ਜਿਹੜੇ ਨਿਰਦੋਸ਼ ਲੋਕ ਮਾਰੇ ਗਏ ਨੇ ਉਹ ਨਿਰਦੋਸ਼ ਲੱਗਦੇ ਨੇ? ਕਿਉਂ ਸਾਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਜਿਹੜੇ ਘਰਾਂ ਦੇ ਵਿੱਚੋਂ ਕੱਢ ਕੇ ਮਾਰੇ ਨੇ, ਕੀ ਉਹਨਾਂ ਦਾ ਜਿਹੜੇ 7-7 ਸਾਲ ਦੇ ਬੱਚੇ ਉਬਾਲ ਦਿੱਤੇ ਗਏ, ਲੋਕਾਂ ਦੇ ਵਿੱਚ ਜਿਹੜੇ ਨੇ ਉਹ ਸਾੜ ਦਿੱਤੇ ਗਏ, ਉਹ ਜਿਹੜੇ ਮੰਦਬੁੱਧੀ ਵਿਚਾਰੇ ਬੱਚੇ ਵੀ ਸੀਗੇ, ਜਿੱਦਾਂ ਬਲਵਿੰਦਰ ਸਿੰਘ ਜਟਾਣਾ ਦੀ ਫੈਮਿਲੀ ਦਾ ਕਤਲ ਕੀਤਾ ਗਿਆ, ਕਿ ਉਹਨਾਂ ਦੇ ਕਤਲ ਜਿਹੜੇ ਹੈਗੇ ਆ ਉਹ ਕਿਸੇ ਖਾਤੇ 'ਚ ਨਹੀਂ ਪੈਣਗੇ? ਸੋ ਜੇਕਰ ਅਸੀਂ ਬੈਲੈਂਸ ਰੱਖਣਾ ਆਪਣੇ ਵਿਚਾਰ ਦੇ ਵਿੱਚ, ਆਪਣੇ ਵਟਾਂਦਰੇ ਦੇ ਵਿੱਚ, ਤੇ ਸਾਨੂੰ ਉਹ ਚੀਜ਼ਾਂ ਵੀ ਅੱਗੇ ਲਿਆਉਣੀਆਂ ਪੈਣਗੀਆਂ। ਠੀਕ ਆ, ਤਰਨਤਾਰਨ ਦੀਆਂ ਜੇ ਬੱਸਾਂ ਦੀਆਂ ਹੀ ਗੱਲਾਂ ਕਰਦੇ ਆ, ਤੇ ਤਰਨਤਾਰਨ ਦੇ ਵਿੱਚ ਜਿਹੜੇ ਘਰਾਂ ਦੇ ਵਿੱਚੋਂ ਕੱਢ ਕੇ ਮੁੰਡੇ ਮਾਰੇ ਗਏ ਜਾਂ ਜਿਨ੍ਹਾਂ ਦੀ ਬੇਪੱਤੀ ਗਈ ਉਹਨਾਂ ਦੀਆਂ ਵੀ ਗੱਲਾਂ ਕਰਨੀਆਂ ਪੈਣੀਆਂ। ਮੇਰਾ ਸਮਾਂ ਹੋਰ ਜਾਇਜ਼ ਨਹੀਂ ਦਾ, ਮੈਂ ਚਾਹੁੰਦਾ ਸੀਗਾ ਕਿ ਜਿਹੜਾ ਇੰਡੀਅਨ ਜਿਹੜੀ ਆਪਣੇ ਹੈਗੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈਗਾ, ਉਹਨੇ ਜਿਹੜਾ ਇਹ ਜੋ ਵੀ US ਵੱਲੋਂ ਜਿਹੜਾ ਇੱਕ ਲੈਟਰ ਦਿੱਤਾ ਗਿਆ ਸੀਗਾ ਉਹਨੂੰ ਜਿਹੜਾ ਉਹਨਾਂ ਨੇ ਚੰਗਾ ਨਹੀਂ ਮੰਨਿਆ, ਤੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਭਾਰਤ ਜਿਹੜਾ ਹੈਗਾ ਇੱਕ ਅਖੰਡ ਰਾਜ ਹੈਗਾ, ਇਹਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵੀ ਵਾਇਲੈਂਸ ਜਿਹੜਾ ਹਿਊਮਨ ਰਾਈਟ ਵਾਇਲੇਸ਼ਨ ਨਹੀਂ ਹੁੰਦਾ। ਤੇ ਉਹਨਾਂ ਨੇ ਇਹ ਕਿਹਾ ਕਿ ਏਡੀ ਵੱਡੀ ਆਬਾਦੀ ਵਾਲਾ ਜਿਹੜਾ ਇਹ ਦੇਸ਼ ਹੈਗਾ ਇਹ ਬਿਲਕੁਲ ਸਹੀ ਹੈਗਾ, ਇਹਦੇ 'ਚ ਕਿਤੇ ਇਨਟੋਲਰੈਂਸ ਨਹੀਂ ਹੈਗੀ। ਮੈਂ ਸਿਰਫ ਤੇ ਸਿਰਫ ਸ਼ਬਦੀ ਜੀ ਤੁਹਾਨੂੰ ਕਹਾਂਗਾ, ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਬਿਆਨ ਆਇਆ, ਜਾਂ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਸਾਨੂੰ ਲੈਟਰ ਦਿੱਤਾ ਬਹੁਤ ਅਨਫੋਰਚੂਨੇਟ ਹੈਗਾ, ਸਾਡੇ ਦੇਸ਼ ਵਿੱਚ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈਗੀ, ਪਰ ਇਦਾਂ ਦੇ ਹਾਦਸੇ ਰੋਜ਼ ਉੱਥੇ ਹੁੰਦੇ ਆ। ਜੇ ਆਪਾਂ ਹਰਿਆਣੇ ਦੀ ਗੱਲ ਕਰੀਏ, ਹਾਲੇ 3 ਦਿਨ ਪਹਿਲਾਂ ਦਾ ਹਾਦਸਾ ਹੈ ਜਿੱਥੇ 10 ਜਿਹੜੀਆਂ ਔਰਤਾਂ ਉਹਨਾਂ ਦਾ ਬਲਾਤਕਾਰ ਕੀਤਾ ਗਿਆ, ਦੂਜੀ ਕਮਿਊਨਿਟੀ ਨੂੰ ਟਾਰਗੇਟ ਬਣਾ ਕੇ ਉਹਨਾਂ ਨੂੰ ਲੂ ਫੂਕ ਦਿੱਤਾ ਗਿਆ, ਉਹਨਾਂ ਦੇ ਬਿਜ਼ਨਸ ਸਾੜ ਦਿੱਤੇ ਗਏ। ਇਹੋ ਜਿਹੇ ਜਿਹੜੇ ਵੱਡੇ ਐਗਜ਼ਾਮਪਲ ਜਦੋਂ ਸਾਹਮਣੇ ਆਉਂਦੇ ਨੇ, ਮਿਨਿਸਟਰੀ ਆਫ ਐਕਸਟਰਨਲ ਅਫੇਅਰ ਜਿਹੜਾ ਉਹ ਬਿਆਨ ਦਿੰਦੀ ਹੈ ਕਿ ਸਾਡੀ ਕੰਟਰੀ 'ਚ ਇਹੋ ਜਿਹਾ ਕੁਝ ਨਹੀਂ ਹੈਗਾ, ਤੁਹਾਡਾ ਇਹੋ ਜਿਹਾ ਸਾਨੂੰ ਸਵਾਲ ਪੁੱਛਣਾ ਹੀ ਜਿਹੜਾ ਹੈਗਾ ਉਹ ਮੰਦਭਾਗਾ ਹੈਗਾ। ਕੀ ਕਹਿਣਾ ਚਾਹੋਗੇ ਸਬਦੀਪ ਜੀ?
ਸ਼ਬਦੀਪ ਜੀ। ਆਪਣਾ ਕੁਲਵੀਰ ਜੀ, ਮੈਂ ਜਦੋਂ ਗੱਲ ਕੀਤੀ ਸੀ ਮੈਂ ਬਹੁਤ ਕਲੀਅਰ ਕਿਹਾ ਸੀ ਕਿ ਅਸੀਂ ਸਵਾਲ ਉਠਾ ਸਕਦੇ ਕਿ ਗੋਲੀਆਂ ਅੰਨ੍ਹੇਵਾਹ ਕਤਲੇਆਮ ਕਿਹਨੇ ਕੀਤਾ, ਪਰ ਮੈਂ ਤਾਂ ਸਿਰਫ ਇੰਨਾ ਕਿਹਾ ਸੀ ਕਿ ਅਸੀਂ ਉਹਨਾਂ ਲਈ ਸ਼ਬਦੀਪ ਜੀ, ਮੈਂ ਡਿਬੇਟ 'ਚ ਨਹੀਂ ਜਾਣਾ ਚਾਹੂੰਗਾ, ਮੈਂ ਸਿਰਫ ਤੁਹਾਨੂੰ ਮੈਂ ਇਸ ਕਰਕੇ ਕਿਹਾ ਬਾਕੀ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਰ ਜੈਨੂਅਨ ਬੰਦਾ ਕਹੇਗਾ ਕਿ ਨਜਾਇਜ਼ ਕਤਲ ਗਲਤ ਨੇ, ਚਾਹੇ ਉਹ ਨਜਾਇਜ਼ ਕਤਲ ਕਿਸੇ ਦੇਸ਼ ਦੇ ਨਾਂ ਤੇ ਕੀਤੇ ਜਾਣ, ਚਾਹੇ ਉਹ ਨਜਾਇਜ਼ ਕਤਲ ਕਿਸੇ ਧਰਮ ਦੇ ਨਾਂ ਤੇ ਕੀਤੇ ਜਾਣ, ਚਾਹੇ ਉਹ ਨਜਾਇਜ਼ ਕਤਲ ਕਿਸੇ ਰਿਜ਼ਰਵੇਸ਼ਨ ਦੀ ਕੀਤੇ ਜਾਣ, ਨਜਾਇਜ਼ ਕਤਲ ਨਜਾਇਜ਼ ਹੀ ਮੰਨੇ ਜਾਣਗੇ। ਤੇ ਜੇ ਉਹ ਨਜਾਇਜ਼ ਕਤਲ ਕਾਨੂੰਨ ਰਾਹੀਂ ਹੁੰਦੇ ਨੇ ਤੇ ਉਹ ਹੋਰ ਵੀ ਜ਼ਿਆਦਾ ਖਤਰਨਾਕ ਮੰਨੇ ਜਾਣਗੇ। ਇਸੇ ਕਰਕੇ ਅਫਜ਼ਲ ਗੁਰੂ ਦਾ ਮੁੱਦਾ ਵਾਰ-ਵਾਰ ਉੱਠਦਾ ਤੇ ਮੈਂ ਸਮਝਦਾ ਕਿ ਸਾਨੂੰ ਨਜਾਇਜ਼ ਦੇ ਖਿਲਾਫ ਖੜੇ ਹੋਣ ਲਈ ਥੋੜਾ ਲੌਜੀਕਲ ਹੋਣਾ ਪਊਗਾ, ਸਬਜੈਕਟਿਵ ਹੋਣ ਤੋਂ ਬਚਣਾ ਪਊਗਾ। ਸਾਨੂੰ ਹਿਊਮਨ ਰਾਈਟਸ ਦੀਆਂ ਉਹਨਾਂ ਜਥੇਬੰਦੀਆਂ ਬਾਰੇ ਜ਼ਰੂਰ ਸੋਚਣਾ ਪਊਗਾ ਜਿਹੜੀਆਂ ਪੇਕਿਆਂ ਨੂੰ ਚੂਜ਼ ਕਰਦੀਆਂ। ਹੋਰ ਮੇਰਾ ਕੋਈ ਮੁੱਦਾ ਨਹੀਂ ਹੈ। ਮੈਂ ਸਬਦੀਪ ਜੀ ਤੁਹਾਨੂੰ ਸਵਾਲ ਜਿਹੜਾ ਕੀਤਾ ਸੀ ਮੈਨੂੰ ਉਹਦਾ ਆਨਸਰ ਨਹੀਂ ਮਿਲਿਆ। ਦਿਲਰਾਜ ਜੀ, ਕੀ ਤੁਸੀਂ ਮੈਨੂੰ ਦੱਸਣਾ ਚਾਹੋਗੇ ਕਿ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿੰਦੇ ਆ ਕਿ ਭਾਰਤ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਭਾਰਤ ਵਿੱਚ ਕਿਤੇ ਇੰਟੋਲਰੈਂਸ ਨਹੀਂ ਹੈਗੀ, ਭਾਰਤ ਵਿੱਚ ਕਿਤੇ ਵੀ ਮਿਨੋਰਟੀ ਨਾਲ ਕੋਈ ਧੱਕਾ ਨਹੀਂ ਹੁੰਦਾ, ਭਾਰਤ ਵਿੱਚ ਕਿਤੇ ਵੀ ਜਾਤੀ ਦੇ ਆਧਾਰ ਤੇ ਕੋਈ ਦੰਗਾ ਨਹੀਂ ਹੁੰਦਾ, ਕਿਸੇ ਨੂੰ ਮਾਰਿਆ ਨਹੀਂ ਜਾਂਦਾ, ਤੇ ਜਿਹੜਾ ਅਮਰੀਕਾ ਵੱਲੋਂ ਇਹ ਲੈਟਰ ਦਿੱਤਾ ਗਿਆ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਤੁਸੀਂ ਕਿੰਨਾ ਕੁ ਇਹਨੂੰ ਜਿਹੜਾ ਹੈਗਾ ਜਸਟੀਫਾਈ ਕਰਵਾਓਗੇ, ਕਿਉਂਕਿ ਜਿਹੜੀਆਂ ਘਟਨਾਵਾਂ ਭਾਰਤ ਵਿੱਚ ਹੁੰਦੀਆਂ ਉਹ ਤਾਂ ਪੂਰੇ ਵਿਸ਼ਵ ਦੇਖਦਾ। ਦਿਲਰਾਜ ਜੀ, ਦੇਖੋ ਕੁਲਵੀਰ ਜੀ, ਮੈਂ ਤਾਂ ਕੋਈ ਬੰਦਾ ਹੀ ਨਹੀਂ ਜਿਹੜਾ ਇਹ ਚੀਜ਼ ਨੂੰ ਜਸਟੀਫਾਈ ਕਰਾਂ। ਹੁਣੇ ਹਰਿਆਣਾ ਦੀ ਜੇ ਆਪਾਂ ਐਗਜ਼ਾਮਪਲ ਲਈਏ, ਮੈਂ ਤਾਂ ਫੇਰ ਕਵਾਂਗਾ ਕਿ ਇੱਥੇ ਜਿਹੜਾ ਪੋਲੀਟੀਕਲ ਸਿਸਟਮ ਹੈ ਉਹ ਪੋਲੀਟੀਕਲ ਸਿਸਟਮ ਸਹੀ ਨਹੀਂ ਹੈਗਾ। ਜਿਹੜੇ ਪੋਲੀਟੀਕਲ ਆਕਾ ਵਾ, ਜਿਹੜੇ ਪੋਲੀਟੀਕਲ ਲੀਡਰ ਹੈ, ਉਹ ਮੈਨੀਪੂਲੇਸ਼ਨਾਂ ਕਰਦੇ ਹੈਗੇ ਆ, ਉਹ ਸਿਰਫ ਵੋਟ ਬੈਂਕ ਦੀ ਰਾਜਨੀਤੀ ਕਰਦੇ ਆ। ਉਹਨਾਂ ਲਈ ਵੋਟਾਂ ਹੀ ਸਾਰਾ ਕੁਛ ਹੈ, ਵੋਟਾਂ ਹੀ ਧਰਮ ਹੈ, ਵੋਟਾਂ ਹੀ ਜਾਤ ਹੈ, ਵੋਟਾਂ ਹੀ ਮਿਨੋਰਟੀ ਹੈ, ਵੋਟਾਂ ਹੀ ਮੈਜੋਰਟੀ ਹੈ। ਇਹ ਸਾਰਾ ਤਾਣਾ ਬਾਣਾ ਤੁਸੀਂ ਹਰਿਆਣੇ ਦਾ ਜ਼ਿਕਰ ਕੀਤਾ ਜਾਂ ਉਸ ਤੋਂ ਪਹਿਲੇ ਵੀ ਆਪਾਂ ਜਿੰਨੀਆਂ ਵੀ ਜੈਨੋਸਾਈਡ ਹੋਏ ਆ, ਜਿੰਨੇ ਵੀ ਰਾਇਟਸ ਹੋਏ ਆ, ਸਾਰਿਆਂ ਤੇ ਜੇ ਤੁਸੀਂ ਨਿਗਾਹ ਮਾਰੋਗੇ ਤੇ ਪੋਲੀਟੀਕਲ ਸਿਸਟਮ ਹੀ ਸਭ ਤੋਂ ਵੱਡਾ ਕਲਪ੍ਰਿਟ ਹੋਏਗਾ। ਉੱਥੇ ਜਾਤ ਪਾਤ ਨਾਮ ਦੀ ਜਾਂ ਰਿਜ਼ਰਵੇਸ਼ਨ ਨਾਮ ਦੀ ਜਾਂ ਕਿਤੇ ਹੋਰ ਵੀ ਚੀਜ਼ ਦੇ ਨਾਮ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ। ਮੈਂ ਫੇਰ ਕਹਾਂਗਾ ਕਿ ਇੰਡੀਆ ਦੇ ਪੋਲੀਟੀਸ਼ੀਅਨਾਂ ਨੂੰ ਸਮਝ ਜਾਣਾ ਚਾਹੀਦਾ ਹੈ, ਰਾਈਟ ਟਾਈਮ ਹੈਗਾ ਕਿ ਇੰਨੀ ਤਰੱਕੀ ਤੇ ਦੇਸ਼ ਵੱਧਦਾ ਪਿਆ, ਸਭ ਤੋਂ ਡਿਵੈਲਪਿੰਗ ਕੰਟਰੀ ਹੈ, ਪੂਰੀ ਦੁਨੀਆ ਦੇ ਨਜ਼ਰਾਂ ਇਸ ਵੇਲੇ ਹਿੰਦੁਸਤਾਨ ਤੇ ਲੱਗੀਆਂ ਹੋਈਆਂ। ਸਭ ਵੱਡੇ ਵੱਡੇ ਦੇਸ਼ ਇਸ ਵੇਲੇ ਹਿੰਦੁਸਤਾਨ ਨਾਲ ਕੰਮ ਕਰਨਾ ਚਾਹੁੰਦੇ ਆ। ਰਾਈਟ ਟਾਈਮ ਹੈ, ਜੇ ਹਜੇ ਵੀ ਸਮਝ ਜਾਣ, ਸਿਰਫ ਵੋਟ ਬੈਂਕ ਦੀ ਰਾਜਨੀਤੀ ਨਾ ਕਰਨ ਤੇ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਇੰਡੀਆ ਬਹੁਤ ਜ਼ਿਆਦਾ ਤਰੱਕੀ ਕਰ ਜਾਵੇ। ਪਰ ਜੇ ਏਦਾਂ ਹੀ ਚੱਲਦਾ ਰਿਹਾ ਤੇ ਤਰੱਕੀ ਤਾਂ ਬਹੁਤ ਦੂਰ ਦੀ ਗੱਲ, ਇੰਡੀਆ ਥੱਲੇ ਨਾ ਕਿਤੇ ਚਲੇ ਜਾ। ਸੰਦੀਪ ਜੀ, ਮੈਂ ਮਾਫੀ ਚਾਹਾਂਗਾ, ਮੈਂ ਇੱਕ ਫਾਈਨਲ ਕਮੈਂਟ ਛੋਟਾ ਜਿਹਾ ਦੇਣਾ ਚਾਹਾਂਗਾ। ਜੀ 30 ਸੈਕਿੰਡ ਦਾ ਰੱਖਿਓ ਜੀ। ਦੇਖੋ ਕਿ ਨਾ ਬਹੁਤ ਸਿੰਪਲ ਜੀ ਚੀਜ਼ ਹੈਗੀ ਹੈ ਜੋ ਦਿਲਰਾਜ ਜੀ ਨੇ ਕਹੀ ਕਿ ਜਦੋਂ ਕੋਈ ਜਵਾਬ ਨਾ ਹੋਵੇ ਉਦੋਂ ਪੋਲੀਟੀਕਲ ਪਾਰਟੀਆਂ ਦੇ ਉੱਤੇ ਬਲੇਮ ਗੇਮ ਕਰ ਦੇਣੀ ਚਾਹੀਦੀ ਹੈ। ਮੈਂ ਸਮਝਦਾ ਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਆਪਣੀਆਂ ਨੰਬਰ ਪੋਲੀਟਿਕਸ ਖੇਡਦੀਆਂ ਨੇ, ਪਰ ਜਿੰਨੀਆਂ ਵੀ ਐਗਜ਼ਾਮਪਲਸ ਆਈਆਂ ਨੇ, ਭਾਵੇਂ ਉਹ ਛੱਤੀਸਗੜ੍ਹ ਦੀਆਂ ਹੋਣ ਜਾਂ ਹੋਰ ਜਿਹੜੀਆਂ ਹੁਣ ਉਹਨਾਂ 'ਚ ਡੀਪਲੀ ਨਹੀਂ ਮੈਂ ਜਾਊਂਗਾ, ਉਸ 'ਚ ਮੌਬਸ ਨੇ, ਉਸ 'ਚ ਬਹੁਤ ਗਿਣਤੀ ਆ ਜਿਹੜੀ ਆ ਕੇ ਕਿੰਨਾ ਮੈਂ ਜ਼ਬਰਦਸਤੀ ਕਨਵਰਜਨ ਕਰਦੀ ਆ, ਜਿਹੜੀ ਆ ਕੇ ਬਦਮਾਸ਼ੀ ਦਿਖਾਉਂਦੀ ਆ। ਉਹਨੂੰ ਤੁਸੀਂ ਪੋਲੀਟਿਕਸ ਨਾਲ ਕਿਵੇਂ ਜੋੜ ਸਕਦੇ ਹੋ? ਉਸ ਤੋਂ ਮਾਨਸਿਕਤਾ ਸਮਝ ਆਉਂਦੀ ਆ, ਉਸ ਤੋਂ ਉਹ ਗੰਦੀ ਸਮੈਲ ਸਮਝ ਆਉਂਦੀ ਆ ਕਿ ਇੱਥੇ ਇੱਕ ਦਿਮਾਗ 'ਚ ਫਰਤੂਰ ਵੜ ਚੁੱਕਾ ਹੈ ਕਿ ਇਹ ਹਿੰਦੂ ਨੇਸ਼ਨ ਆ, ਅਤੇ ਇਸ 'ਚ ਇੱਕ ਦਿਮਾਗ ਦੇ ਵਿੱਚ ਇੱਕ ਬਿਮਾਰੀ ਲੱਗ ਗਈ ਆ ਜਿਹੜੀ ਇਹ ਗੱਲ ਬਾਰ-ਬਾਰ ਲਿਆ ਖਿਲਾਉਂਦੀ ਆ ਕਿ ਹਾਂ ਇਹ ਸਾਡਾ ਦੇਸ਼ ਹੈ ਅਤੇ ਹਿੰਦੂ ਹੀ ਰਹਿ ਸਕਦਾ, ਦੂਜਾ ਕੋਈ ਨਹੀਂ ਰਹਿ ਸਕਦਾ। ਇਹ ਜਿਹੜੀਆਂ ਐਗਜ਼ਾਮਪਲਸ ਨੇ ਉਹਨਾਂ ਦਾ ਸਬੂਤ ਹੈਗਾ ਆ। ਮੇਰੇ ਕੋਲ ਸਮਾਂ ਹੋਰ ਨਹੀਂ ਹੈ ਕਿ ਅਸੀਂ ਇਹਦੇ ਉੱਪਰ ਹੋਰ ਚਰਚਾ ਕਰ ਸਕੀਏ। ਸਾਡੇ ਦਰਸ਼ਕਾਂ ਨੂੰ ਅੱਜ ਦੀ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਸਾਨੂੰ ਆਪਣੀ ਅਪਡੇਟਸ ਜਿਹੜੀਆਂ ਹੈਗੀਆਂ ਉਹ ਦਿੰਦੇ ਰਹਿਣਗੇ। ਸਾਨੂੰ ਈਮੇਲ ਕਰ ਸਕਦੇ ਹੋ, ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ, ਸਾਨੂੰ WhatsApp ਵੀ ਕਰ ਸਕਦੇ ਹੋ। ਅਗਰ ਤੁਹਾਨੂੰ ਕੋਈ ਵਿਚਾਰ ਆਪਣਾ ਪੇਸ਼ ਕਰਨਾ ਹੋਵੇ ਜਾਂ ਤੁਸੀਂ ਸਾਡੇ ਨਾਲ ਇਸ ਡਿਬੇਟ ਦੇ ਵਿੱਚ ਆਪਣਾ ਕੋਈ ਵਿਚਾਰ ਸ਼ੇਅਰ ਕਰਨਾ ਹੋਵੇ, ਜਦੋਂ ਪ੍ਰੋਗਰਾਮ ਸਾਡਾ ਚੱਲ ਰਿਹਾ ਹੁੰਦਾ ਤੁਸੀਂ ਉਸ ਵੇਲੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ। ਅਤੇ ਸਾਨੂੰ ਉਮੀਦ ਹੈ ਕਿ ਅੱਜ ਦੀ ਇਹ ਕੋਸ਼ਿਸ਼ ਵੀ ਤੁਹਾਨੂੰ ਪਸੰਦ ਆਈ ਹੋਵੇਗੀ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ ਜੀ।